ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਬੀਤੀ ਰਾਤ ਜਲੰਧਰ ਦੇ ਨੈਸ਼ਨਲ ਹਾਈਵੇ 1 ਤੇ ਸਥਿਤ ਲੰਮਾ ਪਿੰਡ ਨੇੜੇ ਬਣੀ ਹੋਈ ਪਾਰਕਿੰਗ ਵਿੱਚ ਖੜੇ ਟੈਂਕਰ ਨੂੰ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਮੌਕੇ ਤੇ ਫਾਇਰ ਬ੍ਰਿਗੇਡ ਵੱਲੋਂ ਆਪਣੀਆਂ 2 ਗੱਡੀਆਂ ਭੇਜੀਆਂ ਗਈਆਂ ਤੇ ਕੜੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। थाना 8 ਦੇ ਜਾਂਚ ਅਧਿਕਾਰੀ ਕਿਸ਼ੋਰ ਕੁਮਾਰ ਨੇ ਦੱਸਿਆ ਕਿ ਉਹਨਾਂ ਸੂਚਨਾ ਮਿਲੀ ਸੀ ਕਿ ਖੜੇ ਟੈਂਕਰ ਨੂੰ ਅੱਗ ਲੱਗ ਗਈ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਵੱਲੋਂ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ। कुछ मिनट पहले ही इतला मिली थी टेलीफोन से लम्मा पिंड ढाबे की साइड पिछली साइड से जी पार्किंग बनी है ट्रक गड्डी में अग लगी आए हैं मौके पर देखा गड्डी नंबर का PB 11A229526 टैंकी वाली गड्डी है ये मूहरले हिस्से में अग लगी थी लेकिन फायर ब्रिगेड जी मौके पर आ गई है। फायर ब्रिगेड वाले ने अग बुझा दी। तो सर कितनी गड्डियां मौके पर आई जी? फायर ब्रिगेड दी मेरे बंदे तो 2 गड्डियां ही हैं। तो सर गड्डी खाली सी भरी के टैंकरे? दस दे अब खाली है गड्डी। तो कोई जाने नुकसान तो नहीं होया जी? नहीं कोई नुकसान नहीं करता। हाँ सर की मामला है कि जी अग लगी सी? सर मेरा नाम नवेश कुमार लीडिंग फायरमैन, मेरे बड़े भाई साहब श्यामलाल जी लीडिंग फायरमैन ये दादा कॉलोनी तो आए ने। एक दमोरिया पुल की गड्डी एक हैडकोटर गड्डी लैके सानू 8:15 बजे तलाह मिली है कि एक ट्रक नूं अग लगी है। असीं तुरंत 3 गड्डियां अग वाली जगह ते पहुँच के अग ते काबू पा लिया। तो सर अग लगन का कारण पता लगा जी? अग लगन का कारण ये हुण मालक ही दस सकते हैं। तो किहड़ी जगह अग लगी है जी? ये लम्मा पिंड चौंक दे नाल इन्हां दा हैगा कारपोरेशन दी वर्कशाप दे पिछे है। ਅਸਲ ਸੇਵਾ ਉਹੀ ਹੁੰਦੀ ਹੈ ਜਿਸ ਨਾਲ ਕਿਸੇ ਦਾ ਭਲਾ ਹੋਵੇ। ਵੱਖ-ਵੱਖ ਧਾਰਮਿਕ ਆਯੋਜਨਾਂ ਤੇ ਤੁਸੀਂ ਲੰਗਰ ਲੱਗੇ ਤਾਂ ਬਹੁਤ ਹੀ ਦੇਖੇ ਹੋਣਗੇ, ਪਰ ਅੱਜ ਤੁਹਾਨੂੰ ਇੱਕ ਇਸ ਤਰ੍ਹਾਂ ਦਾ ਲੰਗਰ ਦਿਖਾਉਣ ਜਾ ਰਹੇ ਹਾਂ। ਇਸ ਲੰਗਰ ਨਾਲ ਪੇਟ ਦੀ ਭੁੱਖ ਤਾਂ ਨਹੀਂ ਮਿਟਦੀ ਪਰ ਸਰੀਰ ਤੰਦਰੁਸਤ ਜ਼ਰੂਰ ਰਹਿੰਦਾ ਹੈ। ਕਪੂਰਥਲਾ ਦੇ ਕਰਤਾਰਪੁਰ ਰੋਡ ਤੇ ਬਾਬਾ ਸ਼੍ਰੀ ਚੰਦ ਜੀ ਦੇ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਦੀ ਅਗਵਾਈ ਹੇਠ ਰੋਜ਼ਾਨਾ ਵੀਟ ਗ੍ਰਾਸ ਜੂਸ ਤੇ ਲੰਗਰ ਲਗਾਏ ਜਾਂਦੇ ਹਨ। ਵੀਟ ਗ੍ਰਾਸ ਦੇ ਜੂਸ ਨਾਲ ਕਈ ਤਰ੍ਹਾਂ ਦੀਆਂ ਜਾਨਲੇਵਾ ਬਿਮਾਰੀਆਂ ਤੋਂ ਵੀ ਲੋਕਾਂ ਨੂੰ ਮੁਕਤੀ ਮਿਲ ਸਕਦੀ ਹੈ। ਇਸ ਲੰਗਰ ਦੀ ਖਾਸੀਅਤ ਇਹ ਹੈ ਕਿ ਇੱਥੇ ਜਿੱਥੇ ਸੰਗਤਾਂ ਨੂੰ ਕਣਕ ਦਾ ਜੂਸ ਪਿਆਇਆ ਜਾਂਦਾ ਹੈ ਉੱਥੇ ਹੀ ਪਹਿਲਾਂ ਨਾਮ ਸਿਮਰਨ ਵੀ ਕੀਤਾ ਜਾਂਦਾ ਹੈ। ਇੱਥੇ 20 ਤਰੀਕ ਨੂੰ ਆਇਆ ਸੀ ਤੇ ਅੱਜ ਮੈਨੂੰ 25 ਤਰੀਕ ਅੱਜ ਹੋਈ ਆ ਤੇ 4-5 ਦਿਨਾਂ ਦੇ ਵਿੱਚ ਮੇਰਾ ਜਿਹੜਾ ਸੀਗਾ ਨਾ ਲੈਵਲ ਕਿਡਨੀ ਦਾ ਉਹ 2.90 ਸੀ ਪਹਿਲਾਂ ਤੇ ਹੁਣ 1.9 ਰਹਿ ਗਿਆ ਜੀ। ਜਦ ਕਿ ਮੈਂ ਪਟੇਲ ਹਸਪੀਟਲ ਦੇ ਵਿੱਚ ਮੈਨੂੰ ਡਾਕਟਰਾਂ ਨੇ ਕਹਿਣਾ ਸੀਗਾ ਵੀ ਇਹ ਠੀਕ ਨਹੀਂ ਕਰੀ ਹੋਣਾ, ਤੇਰੀ ਕਿਡਨੀ ਖਰਾਬ ਹੋ ਗਈ, ਸਾਡੇ ਘਰ ਆਇਆ ਵਾ ਤੇ ਤੇਰਾ ਕਦੀ ਠੀਕ ਨਹੀਂ ਹੋਣਾ, ਤੂੰ ਜੋ ਮਰਜ਼ੀ ਕਰ ਲਾ। ਤੇ ਮੇਰੇ ਕਿੰਨੇ ਪੈਸੇ ਲੱਗੇ ਸੀ ਪਰ ਮੈਨੂੰ ਬਿਲਕੁਲ ਆਰਾਮ ਨਹੀਂ ਆਉਂਦਾ ਸੀ ਤੇ ਮੈਂ ਰਾਤ ਨੂੰ ਉੱਠ ਕੇ ਬਾਹਰ ਜਾਂਦਾ ਸੀ ਤੇ ਮੈਨੂੰ ਰੋਟੀ ਵੀ ਨਹੀਂ ਪਚਦੀ ਸੀ। ਤੇ ਅਸੀਂ ਸਾਨੂੰ ਦੱਸਿਆ ਕਿਸੇ ਨੇ ਵੀ ਤੁਸੀਂ ਇੱਥੇ ਜਾਓ ਤੇ ਅਸੀਂ ਫਿਰ ਜ਼ਰੂਰੀ ਇੱਥੇ ਨਿਸ਼ਚਾ ਕਰਕੇ ਆਏ ਹਾਂ। ਤੇ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਬਈ ਇੱਥੇ ਨਿਸ਼ਚੇ ਕਰਕੇ ਆਓ, ਪਰਮਾਤਮਾ ਦਾ ਨਾਮ ਲਵੋ, ਜ਼ਰੂਰ ਠੀਕ ਹੋ ਕੇ ਜਾਵਾਂਗੇ। ਮਾਮਲਾ ਜਲੰਧਰ ਦੇ ਇੰਦਰਾ ਪਾਰਕ ਏਰੀਏ ਦਾ ਹੈ ਜਿੱਥੇ ਕਿ ਘਰੇਲੂ ਹਿੰਸਾ ਦੇ ਸ਼ਿਕਾਰ ਪੀੜਤ ਮਹਿਲਾ ਨੇ ਕਿਹਾ ਕਿ ਉਸਦੀ 5 ਸਾਲ ਪਹਿਲਾਂ ਲਵ ਮੈਰਿਜ ਤੰਜੂ ਬਤਰਾ ਦੇ ਨਾਲ ਹੋਈ ਸੀ ਤੇ ਉਹ ਦਿੱਲੀ ਦੇ ਰਹਿਣ ਵਾਲੀ ਸੀ ਤੇ ਉਸਦੇ ਪਰਿਵਾਰ ਦੇ ਵੱਲੋਂ ਉਸਦਾ ਜਲੰਧਰ ਦੇ ਵਿੱਚ ਵਿਆਹ ਕੀਤਾ ਗਿਆ ਸੀ। ਉਸਨੇ ਕਿਹਾ ਕਿ ਜਿਵੇਂ ਹੀ ਉਸਦਾ ਵਿਆਹ ਹੋਇਆ ਤੇ 1 ਸਾਲ ਬਾਅਦ ਉਸਦੇ ਸਹੁਰੇ ਪਰਿਵਾਰ ਵੱਲੋਂ ਅਤੇ ਉਸਦੇ ਘਰ ਵਾਲੇ ਵੱਲੋਂ ਦਹੇਜ ਅਤੇ ਪੈਸੇ ਦੇ ਲਾਲਚ ਵਜੋਂ ਉਸਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਈ ਵਾਰ ਉਸ ਨਾਲ ਮਾਰਕੁੱਟ ਵੀ ਕੀਤੀ ਜਾਂਦੀ ਹੈ। ਉਹਨਾਂ ਕਿਹਾ ਹੈ ਕਿ ਉਸਦੇ ਇਸ ਸੰਬੰਧੀ ਕਈ ਵਾਰ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਪਰ ਇਸ ਨੂੰ ਲਗਾਤਾਰ ਟਾਰਚਰ ਅਤੇ ਤੰਗ ਪਰੇਸ਼ਾਨ ਸਹੁਰੇ ਪਰਿਵਾਰ ਅਤੇ ਪਤੀ ਵੱਲੋਂ ਕੀਤਾ ਜਾ ਰਿਹਾ ਸੀ, ਜਿਸ ਨੂੰ ਲੈ ਕੇ ਇਸ ਪੀੜਤ ਮਹਿਲਾ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਤੇ ਉੱਥੇ ਹੀ ਮੌਕੇ ਤੇ ਪੁੱਜੇ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ। इंदिरा पार्क रहती हूँ 115 इंदिरा पार्क में। जब से शादी है, शादी के बाद से मेरे घर वाले मुझे बहुत टॉर्चर करते हैं। कितनी देर होगी शादी होते? शादी को 5 साल से ऊपर हो गए। अच्छा जी। मेरे घर वाले मुझे बहुत टॉर्चर करते हैं। डायरेक्टली तो बोलते नहीं है, इनडायरेक्ट वे में मुझे यही लगता है कि उनको पैसे चाहिए, मेरे घर वालों से पैसे आता रहे तो ये मुझे खुश रखेंगे, नहीं तो ये मुझे खुश नहीं रखेंगे। आपके हस्बैंड का क्या नाम है? तनुज बत्रा। कितनी कैसे हुई थी आपकी शादी और क्या? जी हमारी लव मैरिज हुई है, 4 साल का हमारा रिलेशनशिप था। तनुज मेरे साथ बहुत अच्छा था। मैं जॉब करती थी, 20,000 अर्न कर रही थी। मैं अपनी जॉब छोड़ के इसके पीछे यहाँ पे जलंधर में आई हूँ। ये मेरे को बोलता था कि मैं तेरे को खुश रखूँगा, मैं तेरे को 10,000 रुपये महीना दया करूँगा, तू खुश रहेगी। यहाँ पे आके तो एकदम ही बिल्कुल सर्कमस्टेंसेस ही चेंज थे। मैं भी फिर भी मैं इनका सहन करके रह रही हूँ। मैंने कभी इनसे कोई डिमांड नहीं की मेरे को ये चाहिए वो चाहिए। जैसे घर के हालात थे मैंने वैसे इनके साथ एडजस्ट किया, पर फिर भी इन्होंने मेरे को बहुत टॉर्चर किया है।
शुरू में इतना टॉर्चर किया, छोटी छोटी चीज़ों में मेरे साथ यूँ लड़े ना कि ये अपने घर चली जाए। मुझे यूँ बोलते थे कि तू इतना रोती है या इतना परेशान रहती है तो अपने घर क्यों नहीं बोलती है, तेरे घर वाले तुझे लेने क्यों नहीं आते, हमारी बेटी होती है हम तो उसे ले आते। इनको यूँ होता है कि अपने घर जाके बस वहाँ पे जाके रह ले, इससे पहले भी ये छोड़ आपका के चली जाए हम। बेसिक कहाँ के रहने वाले हो? झगड़ा हुआ है हाँ ऐसे जी, ही? इससे पहले भी बहुत बार झगड़े हुए हैं हमारे, पुलिस स्टेशन पे भी बात गई हुई है हमारी। मैंने तो एक बार सुसाइड भी अटेम्प्ट किया हुआ है इनके झगड़ों। मेरी फैमिली भी यहाँ पे आके इनको इतनी बार समझा चुकी है, उनको डायरेक्ट बोलते हैं ले जाओ अपनी बेटी को, ले जाओ अपनी बेटी को, हमें नहीं रखना। अब बेसिक कहाँ के रहने वाले हो? मैं दिल्ली से। दिल्ली से हो। लव मैरिज हुई थी? अभी क्या हुआ था रिसेंट जो आज आपको घर से बाहर निकाला उन्होंने, वो क्या हुआ था? अब मैंने सोचा था बच्चा नहीं हो रहा, यूँ लड़ते हैं, मैंने सोचा चलो बच्चा हो जाएगा फिर थोड़ी शांति मिल जाएगी, नई लड़ाई होगी, छोटी मोटी लड़ाई चलो हो जाती है, तो छोटी मोटी लड़ाई को ऐसे कर देते हैं, ड्रिंक करके मुझे मारने पीटने लग जाता है, ड्रिंक करके आता है उल्टियाँ करता है। मैं बोलती हूँ ना ड्रिंक किया कर, तो मुझे ही उल्टे उल्टे मारने लग जाता है। माँ बाप को बोले तो यूँ को और चढ़ा देते होते हैं कि तेरी ड्रिंक करने से रोकते हैं, तेरी पी हुई भी उतार देती है तो आखिर तुझसे लड़ती है। अरे तुम्हारा बच्चा है, जब तुम्हें ही नहीं पड़ी फिर मेरे को क्या पड़ी है, मैंने भी कहना छोड़ दिया, तुझे जितनी मर्जी थी फिर। ਬਟਾਲਾ ਦੇ ਨਜ਼ਦੀਕੀ ਪਿੰਡ ਗਲਿਆਂਵਾਲੀ ਵਿਖੇ ਮੁਖਬਰ ਖਾਸ ਦੀ ਇਤਲਾਹ ਤੇ ਐਕਸਾਈਜ਼ ਵਿਭਾਗ ਵੱਲੋਂ ਪਿੰਡ ਅੰਦਰ ਕਰਿਆਨਾ ਦੁਕਾਨ ਦੀ ਆੜ ਵਿੱਚ ਨਜਾਇਜ਼ ਸ਼ਰਾਬ ਵੇਚਣ ਵਾਲੇ ਇੱਕ ਸ਼ਖਸ ਨੂੰ ਗ੍ਰਿਫਤਾਰ ਕਰਦੇ ਹੋਏ ਦੁਕਾਨ ਦੇ ਨਾਲ ਬਣੇ ਉਸਦੇ ਘਰ ਦੇ ਅੰਦਰ ਸੋਫੇ ਵਿੱਚੋਂ 44 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਦੀਪਕ ਕੁਮਾਰ ਅਤੇ ਬਟਾਲਾ ਪੁਲਿਸ ਦੇ ਏਐਸਆਈ ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਮੁਖਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਪਿੰਡ ਗਲਿਆਂਵਾਲੀ ਵਿੱਚ ਦਰਸ਼ਨ ਸਿੰਘ ਨਾਮੀ ਵਿਅਕਤੀ ਪਿੰਡ ਵਿੱਚ ਹੀ ਕਰਿਆਨੇ ਦੀ ਦੁਕਾਨ ਦੀ ਆੜ ਹੇਠ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਬੜੇ ਸਖਤ ਨਿਰਦੇਸ਼ ਸਾਨੂੰ ਪ੍ਰਾਪਤ ਹੋਏ ਆ ਕਿ ਜਿਹੜੀ ਨਜਾਇਜ਼ ਸ਼ਰਾਬ ਹੈ, ਇਲਿਸਿਟ ਲੀਕਰਸ ਹੈ, ਬਾਹਰਲੇ ਸਟੇਟ ਦੀਆਂ ਹਾਰਮਫੁਲ ਸ਼ਰਾਬ ਹੈ, ਇਹਦੀ ਵਰਤੋਂ ਨਾ ਕਰਨ ਦੇਣੀ ਕਿਸੇ ਨੂੰ, ਤੇ ਜਿਹੜਾ ਵੀ ਕੋਈ ਇਹਦਾ ਕੰਮ ਕਰ ਰਿਹਾ ਹੈ ਉਹਨੂੰ ਸਖਤ ਤੋਂ ਸਖਤ ਉੱਤੇ ਕਾਰਵਾਈ ਕੀਤੀ ਜਾਵੇ। ਇਸ ਸਿਲਸਿਲੇ 'ਚ ਸਾਡੇ ਸਹਾਇਕ ਕਮਿਸ਼ਨਰ ਐਕਸਾਈਜ਼ ਸ਼੍ਰੀ ਪਵਨਜੀਤ ਸਿੰਘ ਜੀ, ਗੁਰਦਾਸਪੁਰ ਰੇਂਜ ਅਸਿਸਟੈਂਟ ਕਮਿਸ਼ਨਰ ਸਾਹਿਬ, ਸਾਡੇ ਐਕਸਾਈਜ਼ ਆਫਿਸਰ ਗੌਤਮ ਗੋਬਿੰਦ ਜੀ, ਸਾਡੇ ਐਕਸਾਈਜ਼ ਆਫਿਸਰ ਰਜਿੰਦਰ ਤਨਵਰ ਜੀ, ਐਸਐਸਪੀ ਸਾਹਿਬ ਬਟਾਲਾ ਸ਼੍ਰੀ ਰਾਜਪਾਲ ਸੰਧੂ ਜੀ, ਡੀਐਸਪੀ ਡੀ ਮੈਡਮ ਪਲਵਿੰਦਰ ਕੌਰ ਜੀ, ਇਹਨਾਂ ਵੱਲੋਂ ਬੜੇ ਸਖਤ ਨਿਰਦੇਸ਼ ਸਾਨੂੰ ਪ੍ਰਾਪਤ ਹੋਏ ਸੀ ਕਿ ਇਹ ਜਿਹੜਾ ਸਿਲਸਿਲਾ ਹੈ ਸ਼ਰਾਬ ਦਾ, ਮਾੜੀ ਸ਼ਰਾਬ ਦਾ, ਇਹਨੂੰ ਠੱਲ ਪਾਉਣੀ ਹੈ ਔਰ ਜਿਹਦੇ ਕਰਕੇ ਡਿਪਾਰਟਮੈਂਟ ਕਾਫੀ ਸਖਤ ਉਹਨਾਂ ਨੇ ਰੁਖਤਿਆਰ ਅਪਣਾਇਆ ਹੋਇਆ ਹੈ। ਇਸ ਸਿਲਸਿਲੇ 'ਚ ਸਾਨੂੰ ਪਿੰਡ ਗਿੱਲਾਂਵਾਲੀ ਤੋਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਬੰਦਾ ਦਰਸ਼ਨ ਸਿੰਘ ਸਨ ਆਫ ਮੱਖਣ ਸਿੰਘ ਹੈ ਜੋ ਆਪਣੇ ਘਰ 'ਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਦਾ ਹੈ। ਘਰ ਦੇ ਨਾਲ ਉਹਦੀ ਕਰਿਆਨੇ ਵਾਲੀ ਦੁਕਾਨ ਹੈ ਜਿੱਥੇ ਕੋਈ ਵੀ ਆਮ ਬੰਦਾ ਜਾ ਕੇ ਸ਼ਰਾਬ ਲੈ ਆਉਂਦਾ ਹੈ। ਕਾਫੀ ਦਿਨਾਂ ਤੋਂ ਸ਼ਿਕਾਇਤਾਂ ਦੇ ਉੱਤੇ ਅਸੀਂ ਉਹਦੀ ਇਨਕੁਆਇਰੀ ਕਰ ਰਹੇ ਸੀ, ਉਹਦੀ ਇਨਵੈਸਟੀਗੇਸ਼ਨ ਕਰ ਰਹੇ ਸੀ, ਤੇ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਇਹ ਖਬਰ ਸਹੀ ਹੈ। ਰੇਡ ਕੀਤਾ ਮੁਖਬਰ ਖਾਸ ਦੇ ਇਤਲਾਹ ਤੇ ਗਿੱਲਾਂਵਾਲੀ ਪਿੰਡ ਦਰਸ਼ਨ ਸਿੰਘ ਦੇ ਘਰ, ਉਹਦੇ ਘਰ ਜਦੋਂ ਰੇਡ ਕੀਤਾ ਤੇ ਉਹਦੇ ਡਰਾਇੰਗ ਰੂਮ ਤੋਂ ਸਾਨੂੰ 44 ਬੋਤਲ ਮਾਰਕਾ ਹਾਈ ਸਪੀਡ ਫॉर ਸੇਲ ਇਨ ਚੰਡੀਗੜ੍ਹ ਨਜਾਇਜ਼ ਸ਼ਰਾਬ ਬਰਾਮਦ ਹੋਈ। 44 ਬੋਤਲ ਬਰਾਮਦ ਕਰਨ ਤੋਂ ਬਾਅਦ ਅਕਿਊਜ਼ਡ ਮੌਕੇ ਤੇ ਅਰੈਸਟ ਹੋ ਗਿਆ ਤੇ ਏਐਸਆਈ ਅਸ਼ੋਕ ਕੁਮਾਰ ਜੀ ਨੇ ਫਿਰ ਉਹਦੇ ਐਫਆਰ ਵਾਸਤੇ ਪ੍ਰੋਸੈਸ ਹੀ ਉਹਨੂੰ ਕਰ ਲਿਆ। ਫਾਜ਼ਿਲਕਾ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਤੇ ਠੱਲ ਪਾਉਣ ਦੇ ਮਕਸਦ ਨਾਲ ਵੱਡੀ ਕਾਰਵਾਈ ਕੀਤੀ, ਜਿਸ ਦੌਰਾਨ ਪੁਲਿਸ ਵੱਲੋਂ ਚੋਰੀ ਦੇ ਕਰੀਬ 23 ਮੋਟਰਸਾਈਕਲ ਬਰਾਮਦ ਕੀਤੇ ਗਏ ਤੇ ਇਨ੍ਹਾਂ ਮੋਟਰਸਾਈਕਲਾਂ ਨੂੰ ਚੋਰੀ ਕਰਕੇ ਵੇਚਣ ਦੇ ਆਰੋਪ ਵਿੱਚ 5 ਆਰੋਪੀ ਵੀ ਗ੍ਰਿਫਤਾਰ ਕੀਤੇ ਗਏ ਹਨ। ਹਾਲਾਂਕਿ ਆਰੋਪੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਜਿੱਥੇ 4 ਤੋਂ 5,000 ਰੁਪਏ ਵਿੱਚ ਵੇਚਿਆ ਜਾਂਦਾ ਸੀ, ਉੱਥੇ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਵੇਚਣ ਦੇ ਬਦਲੇ ਮਿਲੇ ਪੈਸਿਆਂ ਦੇ ਨਾਲ ਨਸ਼ੇ ਦੀ ਪੂਰਤੀ ਕੀਤੀ ਜਾਂਦੀ ਸੀ। ਬਈ ਕਾਨੂੰਨ ਅਨੁਸਾਰ ਇਹੀ ਬਣਦੀ ਹੈ ਵੀ ਜਿਹੜੀ ਚੋਰੀ ਦਾ ਕੋਈ ਵੀ ਚੀਜ਼ ਨੂੰ ਲੈਣਾ ਤੇ ਉਸ ਨੂੰ ਵਰਤਣਾ, ਇਹ ਜਾਣਦੇ ਹੋ ਕਿ ਵੀ ਚੋਰੀ ਦਾ ਸਰ ਚੋਰੀ ਦੇ ਇਸ਼ੂ ਨਹੀਂ ਸਟ੍ਰਿਕਟ ਐਕਸ਼ਨ। ਮੈਂ ਮੁੱਦਾ ਉਠਾ ਰਿਹਾ ਸੀਗਾ ਜਿਹੜੇ ਮੋਡੀਫਿਕੇਸ਼ਨ ਕਰਦੇ ਨੇ ਉਹਨਾਂ ਕੋਲ ਕੀ ਅਥਾਰਟੀ ਹੈ ਕਿ ਮੋਟਰ ਵਹੀਕਲ ਐਕਟ ਦਾ ਉਲੰਘਣ ਕਰਕੇ ਉਹਨੂੰ ਮੋਡੀਫਾਈ ਕਰ ਰਹੇ ਨੇ। ਮੋਟਰਸਾਈਕਲ ਨੂੰ ਮੋਡੀਫਾਈ ਹਾਂਜੀ ਕਰਦੇ ਮੋਟਰਸਾਈਕਲ ਕੱਟ ਕੇ ਪਿੱਛੇ ਰੇਹੜੀ ਬਣਾ ਇਹ ਮੈਂ ਚੈੱਕ ਕਰ ਰਿਹਾ, ਆਲ ਗੈਟ ਇਟ ਚੈੱਕ। ਕਈ ਵਰਕਸ਼ਾਪਾਂ 'ਚ ਕੰਮ ਚੱਲਦਾ ਹੈਗਾ, ਉਹ ਵਹੀਕਲ ਨੂੰ ਨਵਾਂ ਰੂਪ ਦੇ ਦਿੰਦੇ ਨੇ, ਕੋਈ ਰੇਹੜੀ ਬਣਾਤੀ, ਕੋਈ ਹੱਥ ਰੇਹੜੀ ਬਣਾਤੀ, ਕੁਛ ਮਤਲਬ ਬਹੁਤ ਮੋਡੀਫਿਕੇਸ਼ਨ ਚੱਲ ਰਹੀ ਹੈ। ਸਿੱਧੇ ਤੌਰ ਤੇ ਮੋਟਰ ਵਹੀਕਲ ਐਕਟ ਦਾ ਉਲੰਘਣ ਹੈ ਜੀ। ਬਿਲਕੁਲ ਇਹਨੂੰ ਚੈੱਕ ਕਰਦੇ ਹਾਂ। ਜਿਹੜੇ ਬੰਦੇ ਨੇ ਬਣਵਾ ਲਿੱਤੀ ਉਹਦੇ ਦਾ ਰੋਜ਼ੀ ਰੋਟੀ ਸਵਾਲ ਹੋਗਾ, ਜੇ ਬਣੇਗੀ ਨਾ ਤਾਂ ਫਿਰ ਰੋਜ਼ੀ ਰੋਟੀ ਸਵਾਲ ਨਹੀਂ ਹੋ ਸਕਦਾ।
ਬਿਲਕੁਲ ਠੀਕ ਹੈ। ਜਿਹੜੇ ਫੜੇ ਗਏ ਚੋਰ ਨੇ ਕੋਈ ਸਾਹਮਣੇ ਆਇਆ ਕਿ ਵੇਚਦੇ ਕਾਹਦੇ ਵਾਸਤੇ, ਕੀ ਕੰਮ ਵਾਸਤੇ ਜਿਹੜਾ ਪੈਸਾ ਯੂਜ਼ ਕਰਦੇ ਸੀਗੇ ਚੋਰੀ ਤੋਂ ਬਾਅਦ ਜੀ? ਇਹ ਤਾਂ ਹੁਣ ਸਾਰੀ ਡਿਟੇਲ ਦਾ ਇਨਵੈਸਟੀਗੇਸ਼ਨ ਜਦੋਂ ਕਰਾਂਗੇ, ਪੁੱਛਗਿੱਛ ਕਰਾਂਗੇ, ਉਸ ਤੋਂ ਸਾਹਮਣੇ ਆ ਜਾਊ ਵੀ ਕਿੱਥੇ ਕਿੱਥੇ ਉਹਨਾਂ ਨੇ ਪੈਸੇ ਵਰਤੇ ਤੇ ਉਹ ਸਾਹਮਣੇ ਆ ਜਾਊਗਾ। ਕੋਈ ਨਸ਼ੇ ਨਾਲ ਵੀ ਕਨੈਕਟ ਹੁੰਦਾ ਜੀ? ਫਿਲਹਾਲ ਨਹੀਂ ਆਇਆ ਇਹਨਾਂ ਦੇ ਵਿੱਚ, ਬਟ ਜੇ ਹੋਇਆ ਤਾਂ ਅਕੋਰਡਿੰਗਲੀ ਉਸ ਤੋਂ ਅੱਗੇ ਜਿਹੜੀ ਸਾਡੀ ਇਨਵੈਸਟੀਗੇਸ਼ਨ ਜਾਂਦੀ ਹੁੰਦੀ ਹੈ ਜੀ, ਬੈਕ ਐਂਡ ਤੇ ਫਰੰਟ ਐਂਡ, ਉਹ ਸਾਰੀ ਅਸੀਂ ਕਰਾਂਗੇ। ਭਗਵੰਤ ਮਾਨ ਦੀ ਦਿੱਲੀ ਫੇਰੀ ਤੇ ਤੰਜ ਕੱਸਣ ਵਾਲੇ ਨਵਜੋਤ ਸਿੱਧੂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ 15 ਸਾਲ ਰਾਜ ਦਿੱਤਾ ਲੋਕਾਂ ਨੇ ਸਿੱਧੂ ਨੇ ਕੀ ਕੀਤਾ ਲੋਕਾਂ ਲਈ? ਇਹ ਕਹਿਣਾ ਹੈ ਪੰਜਾਬ ਸਰਕਾਰ ਦੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਦਾ, ਜੋ ਅੱਜ ਆਪਣੀ ਬਟਾਲਾ ਫੇਰੀ ਤੇ ਬਟਾਲਾ ਅਨਾਜ ਮੰਡੀ ਪਹੁੰਚੇ ਹੋਏ ਸਨ, ਜਿੱਥੇ ਉਹਨਾਂ ਨੇ ਕਿਸਾਨਾਂ ਤੇ ਆੜ੍ਹਤੀਆਂ ਨਾਲ ਪ੍ਰਬੰਧਾਂ ਨੂੰ ਲੈ ਕੇ ਗੱਲਬਾਤ ਕੀਤੀ। ਅੱਜ ਮੇਰਾ ਮਾਝੇ ਦੇ ਅੰਦਰ ਮੰਡੀਆਂ ਦੇ ਵਿੱਚ ਦੌਰਾ ਮੈਂ ਸਵੇਰ ਦਾ ਸ਼ੁਰੂ ਕੀਤਾ। 2 ਜ਼ਿਲ੍ਹੇ ਅੱਜ ਪਠਾਨਕੋਟ ਤੇ ਗੁਰਦਾਸਪੁਰ ਕਵਰ ਕਰ ਰਿਹਾ। ਮੈਂ 6-7 ਮੰਡੀਆਂ 'ਚ ਜਾ ਕੇ ਆਇਆ। ਹੁਣ ਮੈਂ ਬਟਾਲੇ 'ਚ ਪਹੁੰਚਿਆ। ਇਸ ਤੋਂ ਬਾਅਦ ਆਪਾਂ ਕਲਾਨੌਰ ਜਾਣਾ। ਮੁੱਖ ਰੂਪ 'ਚ ਮੰਡੀਆਂ ਦੇ ਅੰਦਰ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ, ਉਹਨਾਂ ਦੀਆਂ ਮੁਸ਼ਕਲਾਂ ਸਮਝਣ ਦੇ ਲਈ ਔਰ ਉਹਦਾ ਨਿਪਟਾਰਾ ਕਰਨ ਦੇ ਲਈ ਨਾਲ ਦੀ ਨਾਲ ਸਮੁੱਚੇ ਪੰਜਾਬ ਦੇ ਅੰਦਰ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਕੰਮ ਕਰ ਰਹੀ ਹੈ। ਔਰ ਖੁਸ਼ੀ ਇਸ ਗੱਲ ਦੀ ਹੈ ਵੀ ਬਹੁਤ ਹੀ ਸਮੂਥਲੀ ਕੰਮ ਜਿਹੜਾ ਪੰਜਾਬ ਦੀ ਮੰਡੀਆਂ 'ਚ ਚੱਲ ਰਿਹਾ। ਮੈਂ 6 ਮੰਡੀਆਂ ਜਾ ਕੇ ਆਇਆ, 7ਵੀਂ ਮੰਡੀ, ਔਰ ਮੈਨੂੰ ਕਿਤੇ ਵੀ ਕੋਈ ਜਰਾ ਜਿੰਨੀ ਵੀ ਸ਼ਿਕਾਇਤ ਨਹੀਂ ਮਿਲੀ। ਲੋਕਾਂ ਦੇ ਚਿਹਰਿਆਂ ਤੇ ਰੌਣਕ ਹੈ। ਸੋ ਅੱਜ ਬਟਾਲਾ ਮੰਡੀ 'ਚ ਆਏ ਆ। ਆਲਮੋਸਟ ਜਿਹੜੀ ਮੰਡੀ ਦੀ ਰਿਕੁਆਇਰਮੈਂਟ ਹੈ, ਜਿਹੜੀ ਸਰਕਾਰ ਦੀ ਲਾਇਬਿਲਿਟੀ ਹੈ, ਬਾਰਦਾਨੇ ਦੀ ਹੈ, CCL ਦੀ ਹੈ, ਉਹ ਮਤਲਬ ਸਾਡਾ ਬਹੁਤ ਹੀ ਸ਼ਾਨਦਾਰ ਕੰਮ ਚੱਲ ਰਿਹਾ। ਔਰ ਲੋਡਿੰਗ ਦਾ ਵੀ ਜਿਹੜਾ ਹੈ ਉਹ ਕਾਫੀ ਅੱਛਾ ਕੰਮ ਚੱਲ ਰਿਹਾ। ਔਰ ਮੈਨੂੰ ਖੁਸ਼ੀ ਆ ਵੱਖ-ਵੱਖ ਮੰਡੀਆਂ ਦੇ ਕਿਸਾਨਾਂ ਨੂੰ ਮਿਲਿਆ। ਅਦਾਇਗੀ ਬਹੁਤ ਸ਼ਾਨਦਾਰ ਚੱਲ ਰਹੀ ਹੈ। 24 ਘੰਟਿਆਂ ਦੇ ਅੰਦਰ 30 ਘੰਟਿਆਂ ਦੇ ਵਿੱਚ ਪੈਸਾ ਉਹਨਾਂ ਦੇ ਖਾਤੇ 'ਚ ਜਾ ਰਿਹਾ। ਔਰ ਮਾੜੇ ਮੌਸਮ ਕਰਕੇ ਇਸ ਵਾਰ ਜਿੱਦਾਂ ਮੰਡੀਆਂ ਦੇ ਵਿੱਚ ਜਿਹੜੀ ਕਣਕ ਆ ਰਹੀ ਹੈ, ਉਹਦੇ ਦਾਣੇ 'ਚ ਥੋੜ੍ਹਾ ਜਿਹਾ ਨੁਕਸ ਵੀ ਪਿਆ ਤੇ ਝਾੜ 'ਚ ਵੀ ਫਰਕ ਪਿਆ। ਲੇਕਿਨ ਇਹਦੇ ਬਾਵਜੂਦ ਅੱਜ ਦੀ ਡੇਟ ਤੱਕ ਮੰਡੀਆਂ ਦੇ ਵਿੱਚ 88 ਲੱਖ ਮੀਟਰ ਟਨ ਜਿਹੜੀ ਕਣਕ ਉਹ ਖਰੀਦੀ ਗਈ ਹੈ, ਜਿਹਦੇ ਵਿੱਚੋਂ 83 ਲੱਖ ਸਰਕਾਰ ਨੇ ਖਰੀਦੀ ਹੈ ਔਰ 5 ਲੱਖ ਮੀਟਰ ਟਨ ਜਿਹੜੀ ਆ ਉਹ ਪ੍ਰਾਈਵੇਟ ਏਜੰਸੀਆਂ ਨੇ ਖਰੀਦੀ ਹੈ। ਤਰਨਤਾਰਨ ਵਿਖੇ 3 ਹਥਿਆਰਬੰਦ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਸੁਨਿਆਰੇ ਵੱਲੋਂ ਲੁਟੇਰਿਆਂ ਨਾਲ ਭਿੜਨ ਅਤੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਚਲਾਉਣ ਤੋਂ ਬਾਅਦ ਲੁਟੇਰੇ ਮੌਕੇ ਤੇ ਆਪਣਾ ਪਿਸਤੌਲ ਅਤੇ ਮੋਟਰਸਾਈਕਲ ਛੱਡ ਕੇ ਦੌੜੇ। ਘਟਨਾ ਹੋਈ CCTV ਕੈਮਰੇ ਵਿੱਚ ਕੈਦ ਤੇ ਮੌਕੇ ਤੇ ਪੁਲਿਸ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗਿਆ ਮੇਰੀ ਸ਼ਾਪ ਦਾ ਨਾਮ ਅੰਸ਼ਦੀਪ ਜੂਲਰ ਰੇਲਵੇ ਰੋਡ ਤੇ ਹੈ ਜੀ। ਮੈਂ ਦੁਕਾਨ ਦੇ ਅੰਦਰ ਬੈਠਾ ਸੀ। ਇੱਕ ਮੋਨਾ ਮੁੰਡਾ ਹੈ ਜਿਹਨੇ ਟੋਪੀ ਕੈਪ ਪਾਈ ਸੀ। ਮੈਨੂੰ ਕਹਿੰਦਾ ਵੀ ਮੰਤਰੀ ਤਿਆਰ ਹੈਗੀ ਆ, ਵਾਲੀਆ ਤਿਆਰ ਹੈਗੀ ਆ। ਮੈਂ ਨਹੀਂ, ਸਾਡੇ ਤਿਆਰ ਕੋਈ ਚੀਜ਼ ਨਹੀਂ ਹੈਗੀ, ਕਿਉਂਕਿ ਅਸੀਂ ਤਿਆਰ ਰੱਖੀ ਦੀ ਨਹੀਂ, ਆਰਡਰ ਤੇ ਰੱਖੀ ਦੀ ਆ। ਠੀਕ ਹੈ। ਜਿੰਨੇ ਚਿਰ ਇੰਨੀਆਂ ਗੱਲਾਂ ਕੀਤੀਆਂ, 2 ਜਣੇ ਹੋਰ ਅੰਦਰ ਆ ਗਏ ਨਕਾਬਪੋਸ਼, ਜਿਨ੍ਹਾਂ ਉਹਨਾਂ ਦੇ ਮੂੰਹ ਬੰਨੇ ਹੋਏ ਸੀ। ਉਹਨਾਂ ਨੇ ਆਣ ਕੇ ਜਦੋਂ ਆਏ, ਜਿਹੜਾ ਬੈਠਾ ਸੀ ਮੇਰੇ ਕੋਲ, ਆਣ ਕੇ 9mm ਦਾ ਪਿਸਟਲ ਕੱਢ ਲਿਆ। ਜਦੋਂ ਕੱਢਿਆ ਤੇ ਉਹਦੇ ਗਲ 'ਚ ਸਾਫਾ ਹੀ ਖਿੱਚੋ ਧੂਈ ਹੋ ਗਈ। ਅਸੀਂ ਹੱਥੋਂ-ਬਾਈ ਹੋਏ ਆ। ਜਦੋਂ ਹੱਥੋਂ-ਬਾਈ ਹੋਏ, ਮੈਂ ਰੌਲਾ ਪਾਇਆ, ਮੇਰੀ ਉਹਨੇ ਪੱਗ ਲਾਤੀ ਆ ਲਾਈ। ਜਦੋਂ ਮੈਂ ਰੌਲਾ ਪਾਇਆ, ਲੋਕੀ ਬਾਹਰ ਇਕੱਠੇ ਹੋਏ ਆ। ਬਾਹਰ ਇਕੱਠੇ ਹੋਏ ਤਾਂ ਇੱਕ ਭੱਜੋ ਭਜਾਈ, ਜੋ ਆਪਣਾ ਪਿਸਟਲ ਵੀ ਮਤਲਬ ਕਿ 32 ਬੋਰ ਦਾ ਛੱਡ ਗਿਆ, ਇੱਥੇ ਭੱਜੋ ਭਜਾਈ ਸੁੱਟ ਗਿਆ ਵਾ। ਜਦੋਂ ਬਾਹਰ ਗਿਆ, ਬਾਹਰ ਮੈਂ ਆਪਣੇ ਲਾਇਸੈਂਸੀ ਹਥਿਆਰ ਦੇ ਨਾਲ 2 ਫਾਇਰ ਕੀਤੇ ਆ, ਉਹ ਉਹਨਾਂ ਦੇ ਵੱਜੇ ਨਹੀਂ ਗਏ। ਠੀਕ ਹੈ। ਜਦੋਂ ਫਾਇਰ ਕੀਤੇ ਆ, ਉਹ ਆਪਣਾ ਮੋਟਰਸਾਈਕਲ ਛੱਡ ਕੇ ਵੀ ਭੱਜ ਗਏ। ਉਹ ਮੋਟਰਸਾਈਕਲ ਦੇ ਹਥਿਆਰ ਉਹ ਜਿਹੜਾ ਹਥਿਆਰ ਆ ਪਿਸਟਲ ਸੀ, ਪੁਲਿਸ ਦੇ ਹੈਂਡਓਵਰ ਕਰਤੇ ਆ, ਮੋਟਰਸਾਈਕਲ ਦੇ ਹੈਂਡਓਵਰ ਕਰਤਾ ਉਹਨਾਂ ਦੇ। ਕੀ ਲੱਗਦਾ ਜਿੱਦਾਂ ਦੀਆਂ ਵਾਰਦਾਤਾਂ ਹੋਈ ਜਾਂਦੀਆਂ, ਕੱਲ ਮਰਡਰ ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ ਲੁੱਟਾ ਖੋਹਾ ਸ਼ਹਿਰ ਦੇ ਵਿੱਚ ਹੋਣ ਲੱਗ ਪਿਆ। ਆਪਣਾ ਸ਼ਹਿਰ ਕੋਈ ਸੁਰੱਖਿਅਤ ਨਹੀਂ ਹੈਗਾ ਜੀ। ਪੁਲਿਸ ਨੇ ਤੁਹਾਨੂੰ ਕੀ ਹਵਾਲਾ? ਪੁਲਿਸ ਨੇ ਹੁਣ SSP ਸਾਹਿਬ ਆਏ ਸੀ, ਉਹਨਾਂ ਵਿਸ਼ਵਾਸ ਦਿਵਾਇਆ ਵੀ ਤੁਹਾਨੂੰ ਇਨਸਾਫ ਮਿਲੂਗਾ। ਕਿਉਂ ਨਹੀਂ ਕੋਆਪਰੇਟ ਕੀਤਾ? ਕੋਈ ਸਰ ਬਰੀਫ ਨਹੀਂ ਕਰਦਾ ਭਾਈ। ਅਸੀਂ ਕਿਉਂ ਬਰੀਫ ਕਰੇ? ਸਾਡੀ ਚੀਜ਼ ਅੰਡਰ ਇਨਵੈਸਟੀਗੇਸ਼ਨ ਆ, ਅਸੀਂ ਬਰੀਫ ਕਰਕੇ ਆਪਦਾ ਕੰਮ ਖਰਾਬ ਕਰਨਾ? ਸਰ ਇਹ ਦੱਸ ਦਿਓ ਵੀ ਥੋੜਾ ਟਾਈਮ ਤਾਂ ਦੇ ਦਿਆ ਕਰੋ। ਹੁਣ ਕੱਲ ਮਰਡਰ ਹੋਇਆ, ਅਸੀਂ ਉਹਨੂੰ ਟਰੇਸ ਕਰਨ ਲਈ ਯਤਨ ਕਰ ਰਹੇ ਹਾਂ ਤੇ ਖੜੇ ਪਰ। ਸਰ ਜਨਤਾ ਨੂੰ ਕੀ ਆਸ਼ਵਾਸਨ ਦੇਣ ਜਾਓਗੇ? ਜਨਤਾ ਤਰਨਤਾਰਨ ਜਨਤਾ ਜਿਹੜੀ ਹੈ ਡਰੀ ਪਈ ਆ। ਕੋਈ ਨਹੀਂ ਡਰੀ, ਬੂਈ ਵਹਿਮ ਨਾ ਕਰੋ, ਬਿਲਕੁਲ ਤਸੱਲੀ ਨਾਲ ਫੜਾਂਗੇ, ਬੰਦੇ ਕਾਬੂ ਆਉਣਗੇ।
ਨਕੋਦਰ ਵਿਖੇ ਰੋਟਰੀ ਕਲੱਬ ਸੈਂਟਰਲ ਵੱਲੋਂ ਹੱਡੀਆਂ ਅਤੇ ਜੋੜਾਂ ਦੇ ਦਰਦਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਨਕੋਦਰ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਹਨਾਂ ਨੇ ਰੋਟਰੀ ਕਲੱਬ ਸੈਂਟਰਲ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮੁਬਾਰਕਾਂ ਰੋਟਰੀ ਕਲੱਬ ਨਕੋਦਰ ਸੈਂਟਰਲ ਵੱਲੋਂ ਜਿਨ੍ਹਾਂ ਨੇ ਅੱਜ ਸਪਾਈਨ ਦਾ ਰੀੜ੍ਹ ਦੀ ਹੱਡੀ ਦਾ ਜਿਹੜਾ ਇਹ ਸਪੈਸ਼ਲ ਕੈਂਪ ਲਗਾਇਆ। ਬਹੁਤ ਘੱਟ ਦੇਖਣ ਨੂੰ ਮਿਲਿਆ ਕਿ ਕੋਈ ਹੱਡੀਆਂ ਦਾ ਕੈਂਪ ਲੱਗੇ ਜਾਂ ਸਪੈਸ਼ਲਿਸਟ ਸਪਾਈਨ ਦਾ ਕੈਂਪ ਲੱਗੇ, ਜਿਹੜੀ ਕਿ ਬਹੁਤ ਨਾਮਰਾਦ ਬਿਮਾਰੀ ਵੀ ਆ ਅਤੇ ਵੱਧਦੀ ਵੀ ਜਾ ਰਹੀ ਹੈ ਦਿਨ ਬ ਦਿਨ। ਸਾਡੇ ਜਿਹੋ ਜਿਹੇ ਚੱਲਣ ਫਿਰਨ ਉੱਠਣ ਬੈਠਣ ਦੇ ਢੰਗ ਤਰੀਕੇ ਹੋ ਗਏ ਨੇ, ਜ਼ਿਆਦਾ ਆਰਾਮਪ੍ਰਸਤ ਹੋਣ ਦਾ ਕਰਕੇ ਸਾਡੇ ਜਿਹੜੇ ਰੀੜ੍ਹ ਦੀ ਹੱਡੀਆਂ ਦੇ ਜਿਹੜੇ ਨੁਕਸ ਉਹ ਜ਼ਿਆਦਾ ਵੱਧ ਰਹੇ। ਉਹਦਾ ਸਪੈਸ਼ਲ ਕੈਂਪ ਇਹਨਾਂ ਨੇ ਲਗਾਇਆ। ਇਹਨਾਂ ਦਾ ਬਹੁਤ ਧੰਨਵਾਦ ਹੈ ਕਿ ਸਮਾਜ ਦੀ ਸੇਵਾ ਚੰਗੇ ਆਏ ਨੇ ਔਰ ਸ਼ੁਕਰੀਆ ਵੀ ਇਹਨਾਂ ਦਾ, ਅਤੇ ਨਾਲ ਦੀ ਨਾਲ ਇਹਨਾਂ ਨੂੰ ਮੁਬਾਰਕਾਂ ਕਿ ਹੁਣ ਹਜੇ 12 ਨਹੀਂ ਵੱਜੇ ਔਰ ਇਹਨਾਂ ਨੇ ਤਕਰੀਬਨ 100 ਤੋਂ ਉੱਪਰ ਜਿਹੜੇ ਪੇਸ਼ੈਂਟ OPD ਕਰ ਲਈ ਹੋਈ ਆ। ਮੁਫਤ ਦਵਾਈਆਂ ਦੇ ਰਹੇ ਨੇ, ਨਾਲ ਟੈਸਟ ਮੁਫਤ ਕਰ ਰਹੇ ਨੇ ਔਰ ਸਮਾਜ ਦੀ ਸੇਵਾ ਹੈ, ਵੱਡੀ ਸੇਵਾ ਹੈ ਜੀ। ਸ਼੍ਰੀ ਮੁਕਤਸਰ ਸਾਹਿਬ ਦੀ ਵੋਰਾ ਕਲੋਨੀ ਦੇ ਵਸਨੀਕ ਅਤੇ ਭਾਜਪਾ ਦੇ ਨੌਜਵਾਨ ਆਗੂ ਵਿਸ਼ਾਲ ਕਮਰਾ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਸੁਸਾਈਡ ਕਰ ਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾਸ਼ ਕੋਲੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ ਤੇ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਵੋਰੀ ਕਲੋਨੀ ਵਿੱਚ ਸਥਿਤ ਘਰੇ ਭਾਜਪਾ ਆਗੂ ਵਿਸ਼ਾਲ ਕਮਰਾ ਬੇਸੁੱਧ ਹਾਲਤ ਵਿੱਚ ਪਏ ਹੋਏ ਸਨ। ਅੱਜ ਕਰੀਬ 12 ਵਜੇ 12:30 ਵਜੇ ਦੇ ਕਰੀਬ ਮੈਨੂੰ ਫੋਨ ਆਇਆ ਹੈ। ਸਾਡੇ ਬਹੁਤ ਹੀ ਹੋਣਹਾਰ ਵਰਕਰ ਸੀਗਾ ਵਿਸ਼ਾਲ ਕਮਰਾ, ਬੰਡਲ ਦਾ ਵਾਈਸ ਪ੍ਰਧਾਨ ਵੀ ਸੀ ਔਰ ਬਹੁਤ ਅੱਛਾ ਕਾਰਜਕਰਤਾ ਸੀਗਾ ਔਰ ਆਪਦੇ ਪਰਿਵਾਰ ਵੱਲੋਂ ਵੀ ਬੜਾ ਖੁਸ਼ ਸੀਗਾ। ਲੇਕਿਨ ਜਦੋਂ ਇੱਥੇ ਆਏ ਆ ਤਾਂ ਸਾਨੂੰ ਪਤਾ ਲੱਗਿਆ ਵੀ ਇਹ ਇੱਕ ਸੁਸਾਈਡ ਕੇਸ ਹੈ ਔਰ ਸੁਸਾਈਡ ਦਾ ਕਾਰਨ ਕੀ ਬਣਿਆ ਵੀ ਇਹਨੂੰ ਕੱਲ੍ਹ ਤੋਂ ਇੱਕ ਥ੍ਰੈਟ ਦੀ ਕਾਲ ਆ ਰਹੀ ਹੈ ਲਗਾਤਾਰ, ਜੋ ਉਹਦੇ ਮੋਬਾਈਲ ਤੋਂ ਪਤਾ ਲੱਗਿਆ ਸਾਨੂੰ। ਔਰ ਇਹ ਜਿਹੜੀ WhatsApp ਕਾਲ ਆ ਰਹੀ ਸੀ, ਥ੍ਰੈਟ ਦੀ ਕਾਲ ਆ ਰਹੀ ਸੀ, ਜਾਨ ਤੋਂ ਮਾਰਨ ਦੀ ਧਮਕੀਆਂ ਦਿੱਤੀਆਂ। ਉਸ ਤੋਂ ਬਾਅਦ ਉਹਨਾਂ ਨੇ ਪਤਾ ਨਹੀਂ ਕੀ ਇਹੋ ਜਿਹੀ WhatsApp ਕਾਲ 'ਤੇ ਗੱਲ ਕੀਤੀ ਹੈ ਵੀ ਜਿਹੜਾ ਕਿ ਵਿਸ਼ਾਲ ਕਮਰਾ ਨੇ ਆਪਦੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਔਰ ਇਹ ਚੀਜ਼ ਜਦੋਂ ਹੁਣ ਅਸੀਂ ਇੱਥੇ ਆਏ ਤਾਂ ਕੁਝ ਜਿਵੇਂ ਕਾਫੀ ਲੋਕ ਸ਼ਹਿਰ ਦੇ ਇਕੱਠੇ ਹੋਏ ਸੀ ਤਾਂ ਉੱਥੋਂ ਦੱਸ ਰਹੇ ਸੀਗੇ ਵੀ ਇਹ ਹੋਰ ਵੀ ਕਈ ਜਗ੍ਹਾ 'ਤੇ ਕਾਲ ਆ ਰਹੀਆਂ। ਤਾਂ ਮੈਂ ਪੁਲਿਸ ਪ੍ਰਸ਼ਾਸਨ ਤੋਂ ਵੀ ਇਹ ਮੰਗ ਕਰਦਾ, SSP ਸਾਹਿਬ ਨੇ ਮੈਨੂੰ ਇਹ ਗੱਲ ਕਹੀ ਸੀ ਜਿਸ ਦਿਨ ਆਏ ਸੀਗੇ। ਪਹਿਲੇ ਦਿਨ ਜਦੋਂ ਅਸੀਂ ਮਿਲਣ ਗਏ ਤਾਂ ਉਹਨਾਂ ਨੇ ਕਿਹਾ ਸੀ ਸਿਰਫ ਪ੍ਰਧਾਨ ਜੀ ਸਾਨੂੰ ਕੰਟੈਕਟ ਨੰਬਰ ਚਾਹੀਦਾ। ਤਾਂ ਮੈਂ ਮਾਨਯੋਗ SSP ਸਾਹਿਬ ਤੋਂ ਵੀ ਇਹ ਮੰਗ ਕਰਦਾ ਔਰ ਸਮੁੱਚੇ ਸ਼ਹਿਰ ਨਿਵਾਸੀਆਂ ਵੱਲੋਂ ਇਹ ਮੰਗ ਕਰਦਾ ਵੀ ਇਹ ਜਿਹੜੇ ਵਿਸ਼ਾਲ ਕੁਮਾਰ ਦੇ ਜਿਹੜੇ ਕਾਤਲ ਹੈ, ਜਿਨ੍ਹਾਂ ਨੇ ਇਹ ਕਤਲ ਦੀ ਸਾਜ਼ਿਸ਼ ਰਚੀ ਹੈ, ਵੀ ਜਿਨ੍ਹਾਂ ਨਾਲ ਇਹਨੂੰ ਸੁਸਾਈਡ ਕਰਨ ਤੋਂ ਮਜਬੂਰ ਕੀਤਾ ਗਿਆ, ਉਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਪਟਿਆਲਾ ਪੁਲਿਸ ਵੱਲੋਂ ਅੱਜ ਰਾਜੀਵ ਰਾਜਾ ਗੈਂਗ ਦੇ 3 ਹੋਰ ਮੈਂਬਰ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਪਾਸੋਂ ਗ੍ਰਿਫਤਾਰੀ ਦੌਰਾਨ 5 ਪਿਸਟਲ, 32 ਬੋਰ ਦੇ ਅਤੇ 12 ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ। ਦੱਸ ਦੇਈਏ ਕਿ ਨਾਭਾ ਜੇਲ੍ਹ ਦੇ ਵਿੱਚ ਬੰਦ ਰਾਜੀਵ ਰਾਜਾ ਗੈਂਗ ਦੇ ਵਰਿੰਦਰਜੀਤ ਸਿੰਘ ਸਾਬੀ, ਦਿਲਬਾਗ ਸਿੰਘ ਅਤੇ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬੀ ਪ੍ਰਾਪਤ ਹੋਈ ਹੈ। ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਾਡੀ CIA ਟੀਮ ਪਟਿਆਲਾ ਵੱਲੋਂ ਇੱਕ ਆਪਰੇਸ਼ਨ ਚਲਾਇਆ ਗਿਆ, ਜਿਹੜੇ ਅਸੀਂ ਇਹ ਨਾਜਾਇਜ਼ ਹਥਿਆਰ ਨੇ ਉਹਨਾਂ ਨੂੰ ਬਰਾਮਦ ਕਰਨ ਦਾ। ਇਹਦੇ ਅੰਤਰਗਤ ਹੀ ਅਸੀਂ ਪਹਿਲਾਂ ਵੀ 53 ਨੰਬਰ FIR ਪਛਾਣੇ ਅਸੀਂ ਮੁਖਬਰੀ ਦੇ ਆਧਾਰ ਤੇ ਦਰਜ ਕੀਤੀ ਸੀ। 5 ਵੈਪਨ ਅਸੀਂ ਉਦੋਂ ਬਰਾਮਦ ਕੀਤੇ ਸੀ। ਉਹਦੇ ਵਿੱਚ ਇੱਕ ਰਾਜੀਵ ਰਾਜਾ ਜਿਹੜਾ ਨਾਮੀ ਮੁਜਰਮ ਹੈ ਉਹਨੂੰ ਨਾਮਜ਼ਦ ਕੀਤਾ ਗਿਆ ਸੀ। ਉਸ ਤੋਂ ਅੱਗੇ 5 ਵੈਪਨ ਬਰਾਮਦ ਕੀਤੇ ਗਏ ਸੀ। ਉਸੇ ਲੜੀ ਨੂੰ ਅੱਗੇ ਚਲਾਉਂਦੇ ਹੋਏ ਇਹ 5 ਵੈਪਨ ਅਸੀਂ ਹੋਰ ਬਰਾਮਦ ਕੀਤੇ ਹੈਗੇ ਆ। ਇਹਦੇ ਵਿੱਚ ਉਸਦੇ 3 ਸਾਥੀ ਅਸੀਂ ਹੋਰ ਗ੍ਰਿਫਤਾਰ ਕੀਤੇ ਹੈਗੇ ਆ। ਇੱਕ ਵਰਿੰਦਰਜੀਤ ਸਿੰਘ ਸਾਬੀ, ਦੂਜਾ ਦਿਲਬਾਗ ਸਿੰਘ ਬਾਜ, ਤੀਜਾ ਗੁਰਦੀਪ ਸਿੰਘ। ਇਹਨਾਂ ਤਿੰਨਾਂ ਕੋਲੋਂ 5 ਵੈਪਨ ਅਸੀਂ ਇਹ ਹੋਰ ਬਰਾਮਦ ਕੀਤੇ ਆ। ਇਹ ਵਰਿੰਦਰਜੀਤ ਤੇ ਦਿਲਬਾਗ ਸਿੰਘ ਇਹ ਦੋਵੇਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੇ। ਤੀਜਾ ਗੁਰਦੀਪ ਸਿੰਘ ਜਿਹੜਾ ਹੈਗਾ ਇਹ ਪਟਿਆਲੇ ਦਾ ਰਹਿਣ ਵਾਲਾ ਹੈ। ਇਹ ਪਹਿਲਾਂ ਵੀ ਕਈ ਕੇਸਾਂ ਦੇ ਵਿੱਚ ਕੇਸਵਾਲ ਵੀ ਹੈਗੇ ਨੇ ਤੇ ਜਿਹੜੇ ਪਹਿਲਾਂ ਸੀਗੇ ਨਾਮਜ਼ਦ ਉਹ ਜੇਲ੍ਹ ਦੇ ਵਿੱਚ ਵੀ ਇਕੱਠੇ ਰਹੇ ਹੈਗੇ, ਉੱਥੋਂ ਹੀ ਆਪਸ ਦੇ ਵਿੱਚ ਫਰਕ ਪਾਇਆ। ਲਓ ਜੀ, ਹੁਣ ਜੁਗਾੜੂ ਰੇੜੀਆਂ ਤੋਂ ਬਾਅਦ ਛੋਟੇ ਹਾਥੀ ਟੈਂਪੂ ਵਾਲਿਆਂ ਨੇ ਵੀ ਮਾਨ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਛੋਟੇ ਹਾਥੀ ਟੈਂਪੂ ਯੂਨੀਅਨ ਨਾਭਾ ਦੇ ਡਰਾਈਵਰਾਂ ਨੇ ਨਾਭਾ ਤੋਂ ਪਟਿਆਲਾ ਜਾਣ ਵਾਲੇ ਰੋਡ ਜਾਮ ਕਰ ਦਿੱਤੇ ਅਤੇ ਵਹੀਕਲਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਡਰਾਈਵਰਾਂ ਨੇ ਮਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਟੈਂਪੂ ਯੂਨੀਅਨ ਡਰਾਈਵਰਾਂ ਨੇ ਦੱਸਿਆ ਹੈ ਕਿ ਜਗਾੜੂ ਰੇੜੀਆਂ ਬੰਦ ਹੋਣੀਆਂ ਚਾਹੀਦੀਆਂ ਹਨ ਤੇ ਅਸੀਂ ਸਰਕਾਰ ਨੂੰ ਟੈਕਸ ਪੇ ਕਰਦੇ ਹਾਂ। ਉਹਨਾਂ ਕਿਹਾ ਕਿ ਅਸੀਂ ਮਹੀਨੇ ਬਾਅਦ ਤਕਰੀਬਨ 18-19 ਹਜ਼ਾਰ ਦੀਆਂ ਕਿਸ਼ਤਾਂ ਵੀ ਭਰਦੇ ਹਾਂ। ਅਸੀਂ 5-5, 10-10 ਲੱਖ ਰੁਪਏ ਗੱਡੀਆਂ ਉੱਤੇ ਲਗਾਇਆ ਹੋਇਆ ਹੈ ਤੇ ਅਸੀਂ ਵਿਹਲੇ ਹੀ ਖੜੇ ਰਹਿੰਦੇ ਹਾਂ। ਜਗਾੜੂ ਰੇੜੀਆਂ ਨਾ ਸਰਕਾਰ ਨੇ ਬੰਦ ਕਰੀਆਂ ਸੀ ਪਹਿਲਾਂ, ਇਹਨੂੰ ਦੁਬਾਰਾ ਹਦਾਇਤ ਦੇਤੀ ਚਲਾਉਣ ਦੀ। ਸਾਡੀਆਂ ਗੱਡੀਆਂ ਨੇ ਅਸੀਂ ਟੈਕਸ ਪੇ ਕਰਦੇ ਹਾਂ ਜੀ ਤੇ ਆਪਣਾ ਪਾਸਿੰਗਾਂ ਕਰਾਉਣੇ ਆ ਜੀ। 18-18, 19-19 ਹਜ਼ਾਰ ਦੀਆਂ ਸਾਡੀਆਂ ਕਿਸ਼ਤਾਂ ਨੇ ਜੀ। ਅਸੀਂ 1000 ਰੁਪਇਆ ਭਾੜਾ ਮੰਗਦੇ ਹਾਂ, ਇਹ 350 ਚ ਵਗ ਜਾਂਦੇ ਨੇ ਜੀ। ਸਾਡੇ ਬਹੁਤ ਨੁਕਸਾਨ ਹੈ ਇਹਦੇ ਵਿੱਚ। ਅਸੀਂ ਪੂਰੇ ਪੇਪਰ ਰੱਖਦੇ ਹਾਂ 30-32 ਹਜ਼ਾਰ ਰੁਪਇਆ ਸਾਲ ਦਾ ਖਰਚਦੇ ਹਾਂ ਜੀ।
ਇਹਨਾਂ ਦੇ ਪੁਰਾਣੇ ਮੋਟਰਸਾਈਕਲ ਨੇ, ਸਭ ਚੋਰੀ ਚੱਪੇ ਦੇ ਮੋਟਰਸਾਈਕਲ ਲਾਏ ਹੋਏ ਨੇ। ਸਾਡਾ 10-10 ਲੱਖ ਰੁਪਈਆ 5-5 ਲੱਖ ਰੁਪਈਆ ਟੈਂਪੂਆਂ ਤੇ ਲਾਇਆ ਹੋਇਆ ਜੀ, ਗੱਡੀਆਂ ਤੇ। ਸਾਡਾ ਕੋਈ ਇਹਦੇ 'ਚ ਹੱਲ ਨਹੀਂ, ਅਸੀਂ ਵਿਹਲੇ ਖੜੇ ਰਹਿੰਦੇ ਹਾਂ। ਕਿਸ਼ਤਾਂ ਅਸੀਂ ਕੋਲੋਂ ਭਰਦੇ ਹਾਂ। ਦੇਖੋ ਅਸੀਂ ਵੀ ਗਰੀਬ ਬੰਦੇ ਹਾਂ, ਗਰੀਬ ਬੰਦਾ ਹੀ ਕਿਸ਼ਤਾਂ ਤੇ ਗੱਡੀ ਲਊਗਾ। ਸਾਡਾ ਕੋਈ ਹੱਲ ਨਹੀਂ ਜੀ ਇਹ ਗੱਲ ਦਾ। ਇਸ ਕਰਕੇ ਅਸੀਂ ਨੇ ਧਰਨਾ ਲਾਇਆ ਉਰੇ, ਧਰਨਾ ਲਾ ਕੇ ਐਸਡੀਐਮ ਸਾਹਿਬ ਨੂੰ ਬੁਲਾ ਕੇ ਆਪਣਾ ਮੰਗ ਪੱਤਰ ਦਿੱਤਾ ਜੀ। ਇਹ ਜਗਾੜੂ ਰੇਹੜੀਆਂ ਕਰਕੇ ਸੀ ਜੀ। ਅਸੀਂ ਮੰਗ ਕਰਦੇ ਹਾਂ ਜੀ ਵੀ ਇਹ ਜਗਾੜੂ ਰੇਹੜੀਆਂ ਬੰਦ ਹੋਣੀਆਂ ਚਾਹੀਦੀਆਂ ਨੇ ਜੀ। ਅਸੀਂ ਇੰਨੇ ਰੁਪਏ ਖਰਚ ਕੇ ਘਰੋਂ ਕਿਸ਼ਤਾਂ ਭਰਦੇ ਹਾਂ, ਅਸੀਂ ਵੀ ਬਾਲ ਬੱਚੇ ਵਾਲੇ ਹਾਂ। ਜਿਹੜੇ ਇਹ ਕਹਿੰਦੇ ਨੇ ਵੀ ਰੁਜ਼ਗਾਰ ਦੇਣਾ ਇਹਨਾਂ ਨੇ ਫੈਕਟਰੀਆਂ ਖੋਲ੍ਹਣਾ। ਸਾਡਾ ਸਿਸਟਮ ਕਿਉਂ ਭੰਗ ਕਰ ਰਹੇ ਨੇ ਇਹ? ਹੁਣ ਅਸੀਂ ਸਾਰਾ ਦਿਨ ਰੋਡਾਂ ਤੇ ਰਹਿੰਦੇ ਹਾਂ ਜੀ। ਇਹ ਆਉਂਦੇ ਨੇ 300 ਰੁਪਏ ਦਾ ਚੱਕਰ ਲੈ ਕੇ, ਜਿਹੜਾ 1000 ਮੰਗਦਾ 300 ਰੁਪਏ 'ਚ ਚੱਲ ਜਾਂਦੇ ਨੇ ਜੀ। 30-30 ਫੁੱਟ ਲੈਂਦੀਆਂ ਲਾਈਥਾਂ ਇਹ ਲੰਬੀਆਂ ਲੈ ਕੇ ਜਾਂਦੇ ਨੇ। ਕੋਈ ਇਹਨਾਂ ਕੋਲੇ ਆਰਸੀ ਨਹੀਂ, ਕੋਈ ਇਹਨਾਂ ਕੋਲੇ ਪੇਪਰ ਨਹੀਂ। ਸਾਡੇ ਸਾਰੇ ਪੇਪਰ ਨੇ, ਸਾਨੂੰ ਪੁਲਿਸ ਫੇਰ ਤੰਗ ਕਰੀ ਜਾਂਦੀ ਹੈ ਜੀ। ਹਾਂ, ਜੇ ਸਰਕਾਰ ਨੇ ਇਹ ਚਲਾਉਣੀਆਂ ਨੇ ਤਾਂ ਸਾਡੀਆਂ ਗੱਡੀਆਂ ਨੂੰ ਕੋਈ ਘੇਰ ਘਰਈਆ ਨਾ ਹੋਵੇ, ਸਾਡਾ ਕੋਈ ਪੇਪਰ ਨਾ ਪੁੱਛਿਆ ਜਾਵੇ, ਸਾਡਾ ਕੋਈ ਚਲਾਨ ਨਾ ਹੋਵੇ। ਹਾਂ, ਅਸੀਂ ਟੂਲ ਟੈਕਸ ਦੇਵਾਂਗੇ, ਟੂਲ ਟੈਕਸ ਦੇ ਉੱਪਰ ਦੀ ਅਸੀਂ ਲੰਘਦੇ ਹਾਂ। ਹਾਲਾਂਕਿ ਰੇਹੜੀ ਵਾਲੇ ਟੂਲ ਟੈਕਸ ਵੀ ਨਹੀਂ ਕਟਾਉਂਦੇ ਜੀ, ਇਹਨਾਂ ਨੂੰ ਟੂਲ ਟੈਕਸ ਵੀ ਮਾਫ ਨੇ। ਸਾਰੇ ਪਾਸੇ ਮਾਰ ਸਾਡੀ ਯੂਨੀਅਨਾਂ ਨੂੰ ਪੈ ਰਹੀ ਹੈ, ਟੈਂਪੂ ਵਾਲਿਆਂ ਨੂੰ ਖਾਸ ਕਰਕੇ ਪੈ ਰਹੀ ਹੈ ਜੀ। ਇਹ 8 ਕੁਆਂਟਲ ਟੈਂਪੂ ਪਾਸ ਹੈ ਜੀ, 30 ਕੁਆਂਟਲ 25 ਰੇਹੜੀ ਪਾਈ ਜਾਂਦੀ ਹੈ ਜੀ। ਦੱਸੋ ਕਿੱਥੇ ਜਾਈਏ ਜੀ ਅਸੀਂ? ਸਾਡਾ ਮੇਨ ਪ੍ਰੋਬਲਮ ਇਹੀ ਆ ਜੀ, ਤਾਂ ਕਰਕੇ ਅਸੀਂ ਧਰਨਾ ਲਾਇਆ। ਸਰਹੰਦ ਅਨਾਜ ਮੰਡੀ ਦੇ ਪ੍ਰਧਾਨ ਸਾਧੂ ਰਾਮ ਪਟਮਾਚਰਾ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਵਾਰ ਸੀਜ਼ਨ 5-7 ਦਿਨ ਐਡਵਾਂਸ ਸ਼ੁਰੂ ਹੋ ਗਿਆ ਹੈ ਤੇ ਜਿਹੜੇ ਮਾਰਚ ਮਹੀਨੇ ਵਿੱਚ ਗਰਮੀ ਪਈ ਹੈ ਉਸ ਕਰਕੇ ਕਣਕ ਅਗੇਤੀ ਆ ਗਈ ਹੈ। ਉਸ ਕਰਕੇ 96-97% ਕਣਕ ਮੰਡੀ ਦੇ ਵਿੱਚ ਜਲਦੀ ਆ ਗਈ ਅਤੇ ਇਹਦੇ ਵਿੱਚ ਨਾਲ ਦੀ ਨਾਲ ਸਰਕਾਰੀ ਏਜੰਸੀਆਂ ਨੇ ਅਤੇ 2 ਫਲੋਰ ਮਿੱਲਾਂ ਨੇ ਵੀ ਇਸ ਮੰਡੀ ਵਿੱਚੋਂ ਕਣਕ ਖਰੀਦੀ। ਪਨ ਗ੍ਰੇਨ ਮਾਰਕਫੀਡ ਅਤੇ ਪਨਸਪ ਏਜੰਸੀਆਂ ਵੱਲੋਂ ਕਣਕ ਖਰੀਦੀ ਗਈ। ਬਾਕੀ ਇਸ ਵਾਰ ਝਾੜ ਬਹੁਤ ਘੱਟ ਹੈ, ਇਸੇ ਕਰਕੇ ਵੀ ਮੰਡੀ ਵਿੱਚ ਕਣਕ ਬਹੁਤ ਘੱਟ ਆਈ। ਸਰਹੰਦ ਮੰਡੀ ਦੇ ਵਿੱਚ ਜਿਹੜਾ ਇਤਕੀ ਸੀਜ਼ਨ ਦਾ 5-7 ਦਿਨ ਐਡਵਾਂਸ ਸ਼ੁਰੂ ਹੋ ਗਿਆ, ਕਿਉਂ ਇਤਕੀ ਗਰਮੀ ਜਿਹੜੀ ਮਾਰਚ ਦੇ ਵਿੱਚ ਗਰਮੀ ਪਈ ਆ ਉਹਦੇ ਕਰਕੇ ਫਸਲ ਕੀਤੀ ਆ ਗਈ। ਉਹਦੇ ਕਰਕੇ ਤਕਰੀਬਨ ਸਾਡੇ 96-97% ਕਣਕ ਇਸ ਮੰਡੀ ਦੇ ਵਿੱਚ ਆ ਚੁੱਕੀ। ਇਹਦੇ ਵਿੱਚ ਨਾਲ ਦੀ ਨਾਲ ਜਿਹੜੇ ਸਰਕਾਰੀ ਏਜੰਸੀਆਂ ਨੇ ਵੀ ਖਰੀਦੀ ਹੈ, ਸਾਡੇ 2 ਫਲੋਰ ਮਿੱਲਾਂ ਉਹਨਾਂ ਨੇ ਵੀ ਕਣਕ ਖਰੀਦੀ ਹੈ। ਇੱਥੇ ਸਰਕਾਰੀ ਏਜੰਸੀਆਂ ਕਿਹੜੀਆਂ ਨੇ ਕਣਕ? ਸਾਡੇ ਪਨਗ੍ਰੇਨ, ਮਾਰਕਫੈਡ ਤੇ ਪਨਸਪ, ਇਹਨਾਂ ਨੇ ਕਣਕ ਖਰੀਦੀ ਹੈ। ਆਟਾ ਚੱਕੀਆਂ ਜਿਹੜੀਆਂ ਤੁਸੀਂ ਕਹਿੰਦੇ ਵੱਡੀਆਂ ਮਿੱਲਾਂ, ਸਾਡੇ ਫਲੋਰ ਮਿੱਲਾਂ ਇੱਥੇ 2 ਲੱਗੀਆਂ ਹੋਈਆਂ ਜੀ ਤੇ ਉਹਨਾਂ ਨੇ ਕਈ ਸਾਲਾਂ ਬਾਅਦ ਇਹਦੀ ਖਰੀਦੀ ਹੈ ਕਣਕ। ਅੱਗੇ ਉਹ ਬਾਹਰੋਂ ਲੈ ਕੇ ਆਉਂਦੇ ਆ, ਜਿਸ ਤਰ੍ਹਾਂ ਯੂਪੀ ਤੇ ਮੱਧ ਪ੍ਰਦੇਸ਼ ਤੇ ਐਤਕੀ ਉਹ ਬਾਹਰੋਂ ਕਣਕ ਨਹੀਂ ਲੈ ਕੇ, ਸਾਡੇ ਸਰਹੰਦ ਮੰਡੀ ਦੇ ਵਿੱਚ ਹੀ ਖਰੀਦੀ ਹੈ ਉਹਨਾਂ ਨੇ। ਸਰਕਾਰਾਂ ਦਾ ਕਿਸ ਤਰ੍ਹਾਂ ਦਾ ਉਤਰਾਅ ਚੜ੍ਹਾ ਰਿਹਾ ਹੈਗਾ ਇਸ ਮੰਡੀ ਨੂੰ ਲੈ ਕੇ ਇਸ ਵਾਰ ਦੀ? ਸਰਕਾਰਾਂ ਦਾ ਤਾਂ ਇਤਕੀ ਦੇਖੋ, ਪਿਛਲੇ ਸਾਲ ਬਾਰਦਾਨੇ ਦੀ ਦਿੱਕਤ ਆਈ, ਇਤਕੀ ਸਾਨੂੰ ਬਾਰਦਾਨੇ ਦੀ ਕੋਈ ਦਿੱਕਤ ਨਹੀਂ। ਐਤਕੀ ਐਸੀ ਪਹਿਲਾਂ ਬਾਰਿਸ਼ਾਂ ਕਰਕੇ ਅਗੇਤੀ ਗਰਮੀ ਪੈਣ ਕਰਕੇ ਸਾਡੇ ਕਣਕ ਦਾ ਝਾੜ ਇਤਕੀ ਘਟ ਗਿਆ। ਜ਼ਿਮੀਂਦਾਰਾਂ ਦਾ ਜਿਹਦੇ 500 ਕੁਇੰਟਲ ਹੁੰਦੀ ਤੇ 200 ਹੀ ਹੋਈ ਗਿਆ। ਅੱਧ ਝਾੜ ਜਿਹੜਾ ਘਟ ਗਿਆ, ਉਹਦੇ ਕਰਕੇ ਮੰਡੀ ਦੇ ਵਿੱਚ ਮਾਲ ਵੀ ਘੱਟ ਆਇਆ। ਮਾਲ ਘੱਟ ਆਉਣ ਕਰਕੇ ਕੋਈ ਦਿੱਕਤ ਆਈ ਨਹੀਂ ਹੈਗੀ। ਜਿਹੜਾ ਅਗਲਾ 2 ਟਰਾਲੀ ਲਿਆਉਣ ਤਾਂ ਮੁੜ ਕੇ ਦੂਈ ਵਾਰ ਕਹਿੰਦਾ ਵੀ ਅੱਜ ਮੇਰੇ ਤਾਂ ਇੰਨੀ ਆ, ਨਹੀਂ 3-3 4-4 ਫੁੱਟ ਕਣਕ ਲੈ ਕੇ ਆਉਣ ਤਾਂ ਮੰਡੀ ਦੇ ਵਿੱਚ ਝਾੜ ਕਰਕੇ ਦੀ ਕਣਕ ਸਾਡੇ ਘੱਟ ਆਈ। ਪੁਲਿਸ ਜ਼ਿਲ੍ਹਾ ਖੰਨਾ ਦੇ ਪਿੰਡ ਝਮਟ ਨੇੜੇ ਬੀਤੀ ਰਾਤ ਨਹਿਰ ਵਿੱਚ ਫਾਰਚੂਨਰ ਗੱਡੀ ਡਿੱਗਣ ਨਾਲ 5 ਦੋਸਤਾਂ ਦੀ ਮੌਤ ਹੋ ਗਈ, ਜਦਕਿ ਗੱਡੀ ਵਿੱਚ ਸਵਾਰ ਇੱਕ ਦੋਸਤ ਬਚ ਗਿਆ। ਮਰਨ ਵਾਲਿਆਂ ਵਿੱਚ ਇੱਕ ਨੌਜਵਾਨ ਕੈਨੇਡਾ ਦਾ ਸਿਟੀਜ਼ਨ ਸੀ ਅਤੇ ਹੁਣ ਪੰਜਾਬ ਆਇਆ ਹੋਇਆ ਸੀ। NRI ਨੌਜਵਾਨ ਆਪਣੇ ਕਿਸੇ ਰਿਸ਼ਤੇਦਾਰ ਘਰ ਅਫਸੋਸ ਕਰਨ ਮਗਰੋਂ ਦੋਸਤਾਂ ਨਾਲ ਮੰਡੀ ਅਹਿਮਦਗੜ੍ਹ ਢਾਬੇ ਉੱਪਰ ਖਾਣਾ ਖਾਣ ਜਾ ਰਹੇ ਸਨ ਤਾਂ ਕਰੀਬ ਰਾਤੀ 11 ਵਜੇ ਗੱਡੀ ਨਹਿਰ ਵਿੱਚ ਡਿੱਗ ਪਈ ਤੇ ਲਾਸ਼ਾਂ ਨੂੰ ਸਿਵਲ ਹਸਪਤਾਲ ਲੁਧਿਆਣੇ ਭੇਜਿਆ ਗਿਆ। ਬਚਾਅ ਤਾਂ ਹੀ ਦੇਖੋ ਰੱਬ ਨਹੀਂ ਬਚਾਇਆ, ਤੇ ਬਸ ਇੰਨਾ ਕੁ ਪਤਾ ਵੀ ਮੈਂ ਪਾਣੀ 'ਚ ਡਿੱਗਿਆ ਤੇ ਉਸ ਤੋਂ ਬਾਅਦ ਪਤਾ ਨਹੀਂ ਕਿੱਦਾਂ ਮੈਂ ਸੜਕ ਤੇ ਆ ਕੇ ਗੱਡੀ ਵਾਲੇ ਨੂੰ ਹੱਥ ਮਾਰੇ। ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ? ਇਹ ਆਪਣੇ ਹੈਪੀ ਵੀਰੇ ਦੇ ਫਰੈਂਡ ਸੀਗੇ ਉੱਧਰ ਪੁਰਾਣੇ, ਤੇ ਉਹਨਾਂ ਨਾਲ ਹੀ ਬਸ ਮਾੜੀ ਮੋਟੀ ਗੱਲ ਗੁੱਲ ਕਰਨੀ ਸੀ ਤੇ ਬਸ ਉੱਥੋਂ ਚੱਲੇ ਤੇ ਲਹਿਲ ਆ ਕੇ ਰੁਕ ਗਏ। ਉੱਥੇ ਕੁਲਦੀਪ ਭਾਜੀ ਸਾਡਾ, ਉਹ ਕਹਿੰਦੇ ਵੀ ਅੱਗੇ ਨਹੀਂ ਜਾਣਾ ਤੇ ਵੀ ਇੱਥੇ ਹੀ ਸੌਵਾਂਗੇ। ਬਸ ਉੱਥੋਂ ਇੱਕ ਰੋਟੀ ਦੀ ਉਹ ਕਹਿੰਦੇ ਵੀ ਰੋਟੀ ਖਾਣ ਗਰੀਨਵੁੱਡ ਜਾਣਾ, ਬਸ ਇਹੀ ਸੀ। ਉਸ ਤੋਂ ਬਾਅਦ ਮੈਂ ਮਤਲਬ ਡਿੱਗੀ 'ਚ ਸੁੱਤਾ ਪਿਆ ਪਿੱਛੇ, ਤੇ ਬਸ ਮੈਨੂੰ ਇਹੀ ਆਵਾਜ਼ ਆਈ ਆ ਵੀ ਉਹ ਤੇਰੀ ਆ ਕੀ ਹੋ ਗਿਆ ਉੱਚੀ। ਤੋਂ ਉਦੋਂ ਮੈਂ ਬਸ ਮਾੜਾ ਸੁਰਤ ਜਿਵੇਂ ਵੀ ਬਾਹਰ, ਮੈਨੂੰ ਨਹੀਂ ਪਤਾ ਮੈਂ ਕਿਵੇਂ ਆਇਆ। ਬਸ ਉਸ ਤੋਂ ਬਾਅਦ ਮੈਂ ਤਾਂ ਇੱਥੇ ਹੀ ਘੱਟੋ ਘੱਟ 3-4 ਵਜੇ ਹੋਣਗੇ ਜਦੋਂ ਮਤਲਬ ਮੈਂ ਆਪਣੇ ਆਪ ਨੂੰ ਉਹ ਕੀਤਾ। ਮੇਰਾ ਕਿਰਪਾਲ ਸਿੰਘ, ਪਿੰਡ ਨੰਗਲਾ ਸਰਪੰਚ। ਹਾਂਜੀ ਸਰ, ਕੀ ਹਾਦਸਾ ਹੋਇਆ? ਕੀ ਹੋਇਆ? ਕੀ ਇਹ ਵੀਰ ਜੀ ਪਿੰਡੋਂ ਆਏ ਨੇ ਬਸ 5 ਵਜੇ
ਲਹਿਲ ਪਿੰਡ ਨੂੰ ਗਏ ਦੀ ਕਹਾਂ ਆਪਦੇ ਦੋਸਤਾਂ ਦਾ ਹੱਥਾਂ ਨੂੰ ਮਿਲਣ, ਤੇ ਮੁੜਦਿਆਂ ਦੀ ਆ ਕੇ ਗੱਡੀ ਇਹਨਾਂ ਦੀ ਨਹਿਰ ਦੇ ਬਰੈਡਰ ਨਾਲ ਟਕਾ ਕੇ ਗੱਡੀ ਨਹਿਰ 'ਚ ਜਾ ਡਿੱਗੀ। ਅੱਛਾ ਜੀ, ਕਿੰਨੇ ਬੰਦੇ ਸੀਗੇ ਜੀ ਟੋਟਲ? ਇਹ ਟੋਟਲ ਗੱਡੀ 'ਚ ਬੰਦੇ 6 ਸੀਗੇ ਜੀ। ਕੋਈ ਬਾਹਰੋਂ ਵੀ ਆਏ ਨੇ? ਕੀ ਹੈ? ਇੱਕ ਮੇਰਾ ਯਾਰ ਦੀ ਪੂਰਾ ਸਾਰੇ ਹੀ ਦੋਸਤ ਹੀ ਮੇਰੇ ਪੱਕੇ, ਅਸੀਂ ਬਹਿੰਦੇ ਉੱਠਦੇ ਹਾਂ ਇਕੱਠੇ। ਉਹ NRI ਸੀਗਾ, ਕੈਨੇਡਾ 'ਚੋਂ ਆਇਆ ਹੈ ਜੀ, ਜਤਿੰਦਰ। ਉਹ ਆਇਆ ਦੀ ਹੁਣ ਸਾਲ ਕੁ ਬਾਅਦ ਹੁਣ ਆਇਆ ਸੀਗਾ, ਜਾਣੀ ਕਿ ਪੱਕਾ ਜੀ ਉੱਥੋਂ NRI? ਹਾਂਜੀ, ਉਹ ਪੱਕਾ NRI। ਤੇ ਉਹਦੇ ਨਾਲ ਹੋਰ ਕੌਣ ਕੌਣ ਸੀਗਾ? ਉਹਦੇ ਨਾਲ ਉਹਦਾ ਇੱਕ ਰਿਸ਼ਤੇਦਾਰ ਸੀ ਕੁਲਦੀਪ ਲਹਿੜ ਤੋਂ, ਤੇ ਇੱਕ ਯਾਰ ਦੋਸਤ ਸੀ ਪਿੰਡੋਂ ਜਗਤਾਰ ਸਿੰਘ ਮੇਰੇ ਪਿੰਡ ਦਾ, ਇੱਕ ਜਗਦੀਪ ਸਿੰਘ ਰੁੜਕੇ ਤੋਂ ਸੀਗਾ, ਉਹ ਵੀ ਯਾਰ ਦੋਸਤ ਸੀ। ਇੱਕ ਜੱਗਾ ਮੁੰਡਾ ਸੀਗਾ ਯਾਰ ਦੋਸਤ ਬਲਪੁਰ ਪਿੰਡ ਤੋਂ। ਇੱਕ ਕਿਹੜਾ ਮੁੰਡਾ 6ਵਾਂ ਬਚਿਆ, ਉਹ ਜਾਣੀ ਕਿ ਮਗਰੋਂ ਸ਼ੀਸ਼ਾ ਟੁੱਟਣ ਕਾਰਨ ਉਹ ਬਚ ਗਿਆ। ਅੱਛਾ ਜੀ। ਹਾਂਜੀ। ਅੱਜ ਮੋਗਾ ਦੇ ਹਲਕਾ ਧਰਮਕੋਟ ਦੇ ਅਧੀਨ ਆਉਂਦੇ ਪਿੰਡ ਨੂਰਪੁਰ ਹਕੀਮਾ ਦੇ ਬੱਸ ਸਟੈਂਡ ਕੋਲ ਪੁਰਾਣਾ ਗ੍ਰਨੇਡ ਮਿਲਣ ਨਾਲ ਹੜਕੰਪ ਮਚ ਗਿਆ ਤੇ ਕਿਸਾਨ ਮੁਤਾਬਿਕ ਖੇਤਾਂ 'ਚੋਂ ਖੁਦਾਈ ਕਰਦੇ ਸਮੇਂ ਇਹ ਬੰਬ ਮਿਲਿਆ। ਫਿਲਹਾਲ ਬੰਬ ਨਿਰੋਧਕ ਦਸਤਿਆਂ ਨੂੰ ਬੁਲਾਇਆ ਗਿਆ ਹੈ। ਧਰਮਕੋਟ ਤੋਂ ਜਿਹੜੀ ਰਸਤਾ ਜਾਂਦਾ ਕੋਟੀ ਸੇਕਾ ਨੂੰ, ਇਹ ਤੋਂ ਸੜਕ ਤੋਂ ਤਕਰੀਬਨ 2 ਕਿਲੇ ਦੇ ਫਰਕ ਦੇ ਨਾਲ ਇੱਕ ਸਰਦਾਰ ਜਸਵਿੰਦਰ ਸਿੰਘ ਜੀ ਦਾ ਖੇਤ ਆ, ਜਿਹਦੇ ਵਿੱਚ ਉਹਨਾਂ ਨੇ ਮਹੀਨੇ ਕੁ ਦੀ ਮੱਕੀ ਬੀਜੀ ਹੋਈ ਆ। ਤੇ ਅੱਜ ਉਹ ਆਪਣੇ ਖੇਤਾਂ ਵਿੱਚ, ਉਹ ਤੇ ਉਹਨਾਂ ਦਾ ਨੌਕਰ ਖੇਤਾਂ ਵਿੱਚ ਕੰਮ ਕਰ ਰਹੇ ਸੀ, ਤਾਂ ਉੱਥੇ ਇਹਨਾਂ ਨੂੰ ਇੱਕ ਲੋਹੇ ਦੀ ਨੁਮਾ ਚੀਜ਼ ਮਿਲੀ ਤੇ ਇਹਨਾਂ ਨੇ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ। ਤੇ ਸਾਡੀਆਂ ਜਦੋਂ ਪੁਲਿਸ ਪਾਰਟੀਆਂ ਨੇ ਆ ਕੇ ਇਹਨੂੰ ਦੇਖਿਆ ਤੇ ਇਹ ਜਿਹੜਾ ਹੈਂਡ ਗ੍ਰਨੇਡ ਜਾਪਦਾ, ਜਿਹਨੂੰ ਜੰਗ ਲੱਗਿਆ, ਜਿਹੜਾ ਜੋ ਕਿ ਬਹੁਤ ਪੁਰਾਣੀ ਹਾਲਤ ਦਾ ਹੈਗਾ। ਤੇ ਇਹਦੇ ਸੰਬੰਧੀ ਅਸੀਂ ਸਾਡੇ ਮਾਨਯੋਗ SSP ਸਾਹਿਬ ਨੂੰ ਇਤਲਾਹ ਦਿੱਤੀ ਗਈ ਹੈ ਤੇ ਜਿਹੜੇ ਗਾਂ ਉੱਪਰ ਟੇਕ ਅਪ ਕਰਕੇ ਬੰਬ ਡਿਸਪੋਜ਼ਲ ਟੀਮਾਂ ਮੰਗਵਾ ਰਹੇ ਹਾਂ ਤੇ ਉਸ ਤੋਂ ਬਾਅਦ ਫਿਰ ਇਹਨੂੰ ਡਿਫਿਊਜ਼ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਜੀ ਜਸਵਿੰਦਰ ਸਿੰਘ ਜੀ। ਕਿਹੜਾ ਪਿੰਡ ਹੈ ਜੀ? ਧਰਮਕੋਟ ਜੀ। ਇਹ ਭਾਜੀ ਜਿਹੜਾ ਇਹ ਸਮਾਨ ਮਿਲਿਆ, ਕੀ ਮਿਲਿਆ ਤੁਹਾਨੂੰ? ਇਹ ਗ੍ਰਨੇਡ ਹੈ ਜੀ। ਕਿੱਥੋਂ ਮਿਲਿਆ ਸਰ ਤੁਹਾਨੂੰ? ਸਾਨੂੰ ਇੱਥੇ ਕੱਤੇ 'ਚੋਂ ਹੀ ਮਿਲਿਆ ਜੀ। ਤੇ ਫਿਰ ਤੁਸੀਂ ਕਿੱਥੇ ਚੱਕਿਆ? ਤੁਸੀਂ ਆਪ ਚੱਕਿਆ? ਹਾਂਜੀ, ਮੈਂ ਆਪ ਚੁੱਕ ਕੇ ਲੈ ਕੇ ਆਇਆ ਜੀ ਇੱਥੋਂ। ਕਿੰਨਾ? ਨਹੀਂ, ਸਾਨੂੰ ਇਦਾਂ ਲੱਗਾ ਜੀ ਜਿੱਦਾਂ ਕਿਲੋ 1.5 ਕਿਲੋ ਦਾ ਭਾਰ ਸੀ। ਮੈਂ ਕਿਹਾ ਵੀ ਲੋਹੇ ਦਾ ਇੰਨਾ ਭਾਰ ਨਹੀਂ। ਹਾਂਜੀ। ਤੇ ਉਹ ਭਈਏ ਨੇ ਉੱਥੇ ਨਾਲ ਮੇਰੇ ਸੀਗਾ, ਉਹਨੇ ਖੱਤੇ ਰੱਖ ਕੇ ਨਾ ਵੱਟ ਦੇ ਉੱਤੇ ਸਭ ਕਈ ਪੁੱਠੀ ਮਾਰੀ ਉੱਤੇ। ਉਹਨੂੰ ਮੈਂ ਕਿਹਾ ਨਾ ਮਾਰੇ, ਤੇ ਉਹ ਮੁੜ ਕੇ ਮੈਂ ਚੁੱਕ ਕੇ ਲਿਆ ਕੇ ਇੱਥੇ ਰੱਖਤਾ ਜੀ। ਕਪੂਰਥਲਾ ਦੇ ਗੋਕਲ ਨਗਰ ਪਿੰਡ ਸੈਂਦੇ ਪੁਲਾਨਾ ਵਿੱਚ ਇੱਕ ਨਵੀਂ ਵਿਆਹੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਾਨੀਆ ਦਾ ਵਿਆਹ 4 ਮਾਰਚ 2021 ਨੂੰ ਆਕਾਸ਼ਦੀਪ ਨਾਲ ਹੋਇਆ ਸੀ ਤੇ ਸਹੁਰੇ ਪਰਿਵਾਰ ਵਾਲੇ ਅਕਸਰ ਲੜਕੀ ਨੂੰ ਤੰਗ ਪਰੇਸ਼ਾਨ ਕਰਦੇ ਸਨ ਤੇ ਅੱਜ ਇੱਕ ਸਾਜ਼ਿਸ਼ ਤਹਿਤ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਹਰਾਲ ਪੁਲਿਸ ਨੇ ਲੜਕੀ ਦੇ ਸਹੁਰੇ ਪਤੀ ਸੱਸ ਜੇਠ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੱਲ ਹਾਲੇ 7 ਮਹੀਨੇ ਹੋਏ ਆ ਤੇ ਕੱਲ ਮੈਨੂੰ ਫੋਨ ਆਇਆ ਵੀ ਭਾਈ ਤੁਹਾਡੀ ਕੁੜੀ ਨੇ ਫਾਹਾ ਲੈ ਲਿਆ ਜੀ। ਬਾਅਦ ਜਦੋਂ ਆਣ ਕੇ ਦੇਖਿਆ, ਉਹਨੂੰ ਕੁੜੀ ਨੂੰ ਆਪ ਇਹਨਾਂ ਨੇ ਇੱਥੇ ਦੇਖਿਆ ਵੀ ਲੰਮੀ ਪਾਈ ਸੀ ਹੈ ਤੇ ਇੱਕ ਨਿਸ਼ਾਨ ਗਲ ਤੇ ਪੂਰਾ ਇਹਦੇ ਪਿੱਠ ਤੇ ਨੀਲ ਨਿਸ਼ਾਨ ਨੀਲ ਪਏ ਹੋਏ। ਤੁਹਾਨੂੰ ਕੀ ਲੱਗਦਾ ਕਿ ਕੁੜੀ ਦਾ ਕਤਲ ਹੋਇਆ ਵਾ ਜਾਂ ਉਹਨੇ ਆਤਮ ਹੱਤਿਆ ਕੀਤੀ? ਮੇਰੇ ਹਿਸਾਬ ਨਾਲ ਕਤਲ ਕੀਤਾ ਗਿਆ ਉਹਨਾਂ, ਜਿੱਦਾਂ ਉਹਨੂੰ ਟੌਰਚਰ ਕਰਦੇ ਸੀਗੇ ਤੇ ਮੇਰੇ ਹਿਸਾਬ ਨਾਲ ਇਹਨਾਂ ਨੇ ਕਤਲ ਕੀਤਾ ਉਹਨਾਂ ਦਾ। ਦੱਸਿਆ ਕਿ ਮੇਰੀ ਜਿਹੜੀ ਪੁੱਤਰੀ ਆ ਤਾਨੀਆ, ਉਹ ਆਕਾਸ਼ ਨਾਂ ਦੇ ਮੁੰਡੇ ਨਾਲ ਜਿਹੜੀ ਆ ਗੋਖਲ ਨਗਰ ਉੱਥੇ ਵਿਆਹੀ ਸੀ, ਜਿਹੜੇ ਕਿ ਆਪਣੇ ਸੱਸ ਸਹੁਰੇ ਜੇਠ ਤੇ ਘਰ ਵਾਲੇ ਤੋਂ ਤੰਗ ਹੋ ਕੇ ਉਹਨੇ ਖੁਦਕੁਸ਼ੀ ਕਰ ਲਈ। ਕੀ ਕਾਰਵਾਈ ਹੈ? ਜਿਸ ਤੇ ਅਸੀਂ ਮੁਕੱਦਮਾ 78 ਜਿਹੜਾ ਦਰਜ ਕਰਕੇ 304(B) ਦਾ ਜਿਹੜਾ ਮੁਕੱਦਮਾ ਦਰਜ ਕਰਕੇ ਉਹਨਾਂ ਦੇ ਖਿਲਾਫ ਅਗਲੀ ਕਾਰਵਾਈ ਜਿਹੜੀ ਆਰੰਭ ਕੀਤੀ। ਕਿੰਨੇ ਵਿਅਕਤੀਆਂ ਖਿਲਾਫ ਮਾਮਲਾ ਦਰਜ? ਇਹ ਜਿਹੜਾ ਆ ਟੋਟਲ 4 ਵਿਅਕਤੀਆਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕੀਤਾ ਹੈ, ਸੱਸ ਤੇ ਸਹੁਰਾ ਜੇਠ ਤੇ ਉਹਦੇ ਪਤੀ ਦੇ। ਅੰਮ੍ਰਿਤਸਰ ਦੇ ਥਾਣਾ ਮਕਬੂਲਪੁਰਾ ਵਿੱਚ ਹਾਈਟੈਕ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਅੰਮ੍ਰਿਤ ਨਾਮ ਦੀ ਲੜਕੀ ਨੇ ਤੇਜਵੀਰ ਗਿੱਲ ਨਾਮ ਦੇ ਇੱਕ ਸ਼ਖਸ ਦੇ ਦੋਸ਼ ਲਗਾਏ। ਲੜਕੀ ਨੇ ਕਿਹਾ ਕਿ ਪਿਛਲੇ 9 ਸਾਲਾਂ ਤੋਂ ਪ੍ਰੇਮ ਸੰਬੰਧ ਸਨ ਤੇ ਵਿਆਹ ਦਾ ਝਾਂਸਾ ਦੇ ਕੇ ਉਸ ਨੂੰ ਇਸਤੇਮਾਲ ਕਰਦਾ ਉਹ ਆ ਰਿਹਾ ਸੀ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਜ ਇਸੇ ਰੋਸ ਵਿੱਚ ਕੁੜੀ ਨੇ ਥਾਣੇ ਦੇ ਬਾਹਰ ਹੰਗਾਮਾ ਕੀਤਾ ਤੇ ਇਨਸਾਫ ਦੀ ਮੰਗ ਕੀਤੀ। ਹਾਂਜੀ, ਕੀ ਨਾਮ ਹੈ ਜੀ? सर अमृता नाम है मेरा, अमृतसर दी रहने वाली है मैं। सर मामला है कि तेजवीर सिंह गिल नाम का लड़का है कक्कड़ पिंड का, मेरे नाल 9 साल तो रिलेशन विच हैगा
ਤੇ ਪਰਸੋਂ ਮੈਨੂੰ ਸਡਨਲੀ ਪਤਾ ਲੱਗਾ ਹੈ ਕਿ ਉਹਨੇ ਆਪਣਾ ਮੈਰਿਜ ਫਿਕਸ ਕਰ ਲਈ ਹੈ, ਸਗਨ ਉਹਨੂੰ ਲੱਗ ਗਿਆ ਹੋਇਆ ਤੇ ਅੱਜ ਬਰਾਤ 'ਚ। ਸਰ ਮੈਂ ਕੱਲ੍ਹ ਦੀ ਧੱਕੇ ਖਾ ਰਹੀ ਹਾਂ ਥਾਣਿਆਂ 'ਚ, ਹਰ ਜਗ੍ਹਾ ਤੇ ਮੇਰੀ ਕੋਈ ਸੁਣਵਾਈ ਨਹੀਂ ਕਰ ਰਹੇ, ਕੋਈ SHO, ਕੋਈ ਚੌਂਕੀ ਇੰਚਾਰਜ, ਕੋਈ ਨਹੀਂ। ਸਾਰਿਆਂ ਨੇ ਪੈਸੇ ਖਾ ਲਏ, ਚੁੱਪ ਕਰਕੇ ਬਹਿ ਗਏ, ਮੁੰਡੇ ਨੂੰ ਪੇਸ਼ ਕਰ ਹੀ ਨਹੀਂ ਰਹੇ। ਮੁੰਡਾ ਕਿੱਥੇ? ਸਰ ਮੈਂ YouTube ਤੇ ਉਹਦੀ ਵੀਡੀਓ ਦੇਖੀ ਸੀ ਸਗਨ ਦੀ, ਜਿਹੜੀ ਕਿ ਇਹਨਾਂ ਨੇ ਹੁਣ ਡਿਲੀਟ ਕਰਵਾ ਦਿੱਤੀ ਹੈ। ਮੈਂ ਉੱਥੋਂ ਮੈਨੂੰ ਪਤਾ ਲੱਗਾ ਕਿ ਇਸ ਮੁੰਡੇ ਦੀ ਮੈਰਿਜ ਹੈ ਤੇ ਮੈਂ ਸਵੇਰ ਦੀ ਸਰ ਇੱਥੇ ਚੌਂਕੀ ਆ ਕੇ ਬੈਠੀ ਸੀ, ਉਡੀਕ ਕਰ ਰਹੇ ਮੁੰਡੇ ਨੂੰ ਲਿਆਓਗੇ, ਬਟ ਕੋਈ ਨਹੀਂ ਲਿਆਇਆ, ਨਾ ਕੋਈ ਸੁਣਵਾਈ ਕਰ ਰਿਹਾ। ਸਰ ਚਾਂਸ ਸਰ ਮੈਨੂੰ ਇਹ ਦਿੱਤਾ ਗਿਆ ਕਿ ਮੈਂ ਤੇਰੇ ਨਾਲ ਹੀ ਵਿਆਹ ਕਰਾਉਂਗਾ, ਤੂੰ ਕਿਤੇ ਹੋਰ ਨਹੀਂ ਜਾਣਾ। ਤੇ ਹੁਣ ਕੀ ਮੰਗ ਕੀ ਕਰਦੇ? ਸਰ ਮੇਰੀ ਮੰਗ ਇਹ ਹੈ, ਇਹ ਵਿਆਹ ਰੁਕਾਇਆ ਜਾਵੇ ਤੇ ਮੇਰੇ ਨਾਲ ਇਨਸਾਫ ਕੀਤਾ ਜਾਵੇ ਸਰ, ਬਸ। ਜੇ ਤੁਹਾਡੀ ਇਨਸਾਫ ਨਹੀਂ ਮਿਲਦਾ, ਰਾਜਨੀਤੀ ਕੀ ਹੋਵੇਗੀ, ਕੀ ਕਦਮ ਹੋਵੇਗਾ ਤੁਹਾਡਾ ਜੀ? ਮੈਂ ਸਰ ਉਹਦੇ ਖਿਲਾਫ ਸਖਤ ਤੋਂ ਸਖਤ ਫਿਰ ਕਾਰਵਾਈ ਕਰਨਾ ਚਾਹੂੰਗੀ। ਮੈਂ ਉਸ ਮੁੰਡੇ ਨੂੰ ਸਜ਼ਾ ਦਿਵਾਉਣਾ ਚਾਹੂੰਗੀ ਸਰ, ਉਹ ਕਿਸੇ ਹੋਰ ਧੀ ਭੈਣ ਦੀ ਜ਼ਿੰਦਗੀ ਵੀ ਖਰਾਬ ਕਰਨ ਜਾ ਰਿਹਾ ਹੈ। ਲੱਗਦਾ ਕਿ ਹੋਰ ਵੀ ਕੀਤਾ ਹੋਵੇਗਾ ਇਦਾਂ ਕਿ ਫਰਾਡ ਹੋਣੇ ਵਗੈਰਾ? ਸਰ ਮੈਂ ਇਹਨਾਂ ਤਾਂ ਨਹੀਂ ਮੈਂ ਕਹਿ ਸਕਦੀ, ਪਰ ਇਸ ਵਕਤ ਮੇਰੇ ਨਾਲ ਹੋਇਆ, ਮੈਨੂੰ ਆਪਣਾ ਪਤਾ ਸਰ। ਮੇਰੀ ਇਹੀ ਮੰਗ ਹੈ ਕਿ ਉਹਦਾ ਵਿਆਹ ਰੁਕਾਇਆ ਜਾਵੇ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਕਿਹੜੇ ਪਿੰਡ ਦਾ ਰਹਿਣ ਵਾਲਾ? ਕੱਕੜ ਪਿੰਡ ਦਾ ਰਹਿਣ ਵਾਲਾ ਸਰ। ਕੀ ਨਾਮ ਹੈ ਜੀ, ਕਿੱਥੋਂ ਦੇ ਰਹਿਣ ਵਾਲੇ? ਬਲਵਿੰਦਰ ਕੌਰ। ਕਿੱਥੋਂ ਦੇ ਰਹਿਣ ਵਾਲੇ? ਨਿਊ ਅੰਮ੍ਰਿਤਸਰ ਦੇ। ਅੱਜ ਕੀ ਗੱਲ ਹੋਈ? ਗੱਲ ਹੋਈ ਜੀ 6-7 ਸਾਲ ਤੋਂ ਮੇਰੀ ਬੇਟੀ ਨੂੰ ਬਹੁਤ ਗੁੰਮਰਾਹ ਕਰ ਰਿਹਾ ਕਿ ਮੈਂ ਮੈਰਿਜ ਕਰਨੀ ਆ, ਤੇਰੇ ਨਾਲ ਹੀ ਕਰਨੀ ਆ, ਤੂੰ ਕਿਤੇ ਹੋਰ ਮੈਰਿਜ ਨਹੀਂ ਕਰੇਂਗੀ। ਔਰ ਬੱਚੇ ਦੋਨੇ ਆਪਸ ਵਿੱਚ ਸਹਿਮਤ ਸੀਗੇ ਔਰ ਮੇਰੀ ਬੇਟੀ ਨੂੰ ਇੰਨੀ ਵੱਡੀ ਨੌਕਰੀ ਤੋਂ ਛਡਾ ਕੇ ਲੈ ਕੇ ਆਇਆ। ਔਰ ਇਹ ਹੋਸਟਲ ਸੀ। ਔਰ ਫਿਰ ਜਦੋਂ ਅਸੀਂ ਬੇਟੀ ਦੀ ਉਹ ਦੇਖਿਆ ਕਿ ਇਹ ਕੋਈ ਰਿਸਪੌਂਸ ਨਹੀਂ ਦੇ ਰਿਹਾ, ਬੇਟੀ ਨੂੰ ਸਮਝਾਇਆ, ਇਹਦੀ ਮੈਰਿਜ ਬਾਰੇ ਸੋਚਿਆ, ਉਹਨੇ ਇੰਨਾ ਜ਼ਿਆਦਾ ਦਬਾਅ ਪਾਇਆ ਕਿ ਉਹ ਟੈਨਸ਼ਨ ਵਿੱਚ ਇਹਦੇ ਪਾਪਾ ਜਿਹੜੇ ਆ ਉਹ ਮੰਜੀ ਦੇ ਪੈ ਗਏ। ਉਹ ਇੰਨੇ ਉਦੋਂ ਦੇ ਬਿਮਾਰ ਆ ਕਿ ਉਹ ਲਾਚਾਰ ਹੋ ਗਏ ਆ, ਇੰਨੇ ਜ਼ੁਲਮ ਕੀਤੇ ਆ। ਔਰ ਬੇਟੀ ਕੋਲੋਂ ਪੈਸਾ ਲੈ ਕੇ ਖਾਂਦਾ ਰਿਹਾ। ਔਰ ਫਿਰ ਇਹਨੂੰ ਧਮਕੀਆਂ ਦਿੱਤੀਆਂ, ਅਗਰ ਤੂੰ ਵਿਆਹ ਕਰੇਂਗੀ, ਤੂੰ ਕੋਈ ਸੋਚੇਂਗੀ ਤੇ ਤੈਨੂੰ ਮੈਂ ਗੋਲੀ ਮਾਰ ਦੂੰਗਾ, ਮੈਂ ਆਪਣੇ ਆਪ ਨੂੰ ਵੀ ਮਾਰ ਲੂੰ, ਤੈਨੂੰ ਵੀ ਮਾਰ ਦੂੰਗਾ। ਇਹ ਘਰ ਵੀ ਹੁੰਦਾ ਰਿਹਾ ਤੁਹਾਡੇ? ਹਾਂਜੀ। ਕਿੰਨੇ ਚਿਰ ਤੋਂ ਹੁੰਦਾ? ਇਹ 6-7 ਸਾਲ ਹੋ ਗਏ ਆ। ਤੇ ਹੁਣ ਕੀ ਗੱਲ ਹੋਈ ਹੈ? ਹੁਣ ਬੇਟੀ ਨੂੰ ਅਜੇ ਤਾਂ 10 ਦਿਨ ਪਹਿਲਾਂ ਮਿਲ ਕੇ ਗਿਆ ਕਿ ਉਹ ਕਹਿੰਦੀ ਮੇਰੇ ਪਾਪਾ ਬਹੁਤ ਬਿਮਾਰ ਹੈ, ਤੂੰ ਮੈਨੂੰ ਜਵਾਬ ਦੇ ਕੋਈ। ਤੇ ਕਹਿੰਦਾ ਹਾਂ ਕੋਈ ਗੱਲ ਨਹੀਂ। ਜਾ ਕੇ ਉੱਥੇ ਉਹਨੇ ਤੇ ਸਾਨੂੰ ਪਤਾ ਹੀ ਨਹੀਂ, ਉਹਨਾਂ 2-3 ਦਿਨ ਦੇ ਅੰਦਰ ਉਹਦੀ ਮੈਰਿਜ ਕਰਨ ਬਹਿ ਗਿਆ। ਅੰਮ੍ਰਿਤਸਰ ਦੇ ਪਿੰਡ ਫਤਿਹਗੜ੍ਹ ਸ਼ੁਕਰ ਚੱਕ ਵਿੱਚ ਇੱਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਗੁਰਲਾਲ ਸਿੰਘ ਨਾਮ ਦਾ ਇਹ ਕਿਸਾਨ 4 ਏਕੜ ਦਾ ਮਾਲਕ ਸੀ ਤੇ ਬੈਂਕ ਵਾਲੇ ਉਸ ਨੂੰ ਤੰਗ ਪਰੇਸ਼ਾਨ ਕਰ ਰਹੇ ਸਨ, ਜਿਸ ਦੇ ਕਾਰਨ ਉਸਨੇ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੇ 2 ਬੱਚੇ ਵੀ ਸਨ ਤੇ ਪਹਿਲਾਂ ਵੀ ਇਸਨੇ ਆਪਣੀ ਜ਼ਮੀਨ ਵੇਚ ਕੇ ਕਰਜ਼ਾ ਉਤਾਰਿਆ ਸੀ, ਪਰ ਹੁਣ ਬੈਂਕ ਵਾਲਿਆਂ ਨੇ ਇਸ ਤੇ ਵਾਧੂ ਬੋਝ ਪਾ ਦਿੱਤਾ, ਜਿਸ ਕਰਕੇ ਇਸਨੇ ਆਤਮ ਹੱਤਿਆ ਕਰ ਲਈ। ਆੜਤੀਆਂ ਦਾ ਕਰਜ਼ਾ 20-22 ਲੱਖ ਰੁਪਇਆ ਕਰਜ਼ਾ ਸਿਰ ਤੇ। 3-4 ਦਿਨ ਹੋ ਗਏ ਡਿਪਰੈਸ਼ਨ 'ਚ ਰਹਿੰਦੇ। ਤੇ ਕੀ ਕਹਿੰਦੇ ਸੀ ਤੁਹਾਨੂੰ? ਮੇਰੇ ਨਾਲ ਨਹੀਂ ਕੋਈ ਵੀ ਗੱਲ ਕੀਤੀ, ਇਹੋ ਹੀ ਕਹਿੰਦੇ ਵੀ ਬੈਂਕ 'ਚੋਂ ਫੋਨ ਆਉਂਦਾ, ਜਦੋਂ ਉਦੋਂ ਦੱਸ ਦਿੰਦੇ ਸੀਗੇ ਤੇ ਉੱਦਾਂ ਚੁੱਪ ਕੀਤੇ ਰਹਿਣਾ, ਕੋਈ ਗੱਲ ਨਾ ਕਰਨੀ। ਕਿੰਨੀ ਜ਼ਮੀਨ ਸੀ ਤੁਹਾਡੀ? ਇਹਨਾਂ ਦੀ 4 ਕਿੱਲੇ ਜ਼ਮੀਨ ਜੀ। ਤੇ ਪਹਿਲਾਂ ਵੇਚੀ ਵੀ ਸੀ ਜ਼ਮੀਨ? ਯੂਪੀ ਵੱਲੋਂ ਵੇਚੀ। ਹਾਂਜੀ। ਉਹਦੇ ਨਾਲ ਕੀ ਕੀਤਾ? ਉਹ ਕਰਜ਼ਾ ਪਹਿਲਾਂ ਵੀ ਲਾਇਆ, ਪਹਿਲਾਂ ਵੀ ਹੈਗਾ ਸੀਗਾ ਕਰਜ਼ਾ। ਤੇ ਅੱਜ ਕੀ ਕੀਤਾ ਉਹਨਾਂ ਨੇ? ਅੱਜ ਉਹਨਾਂ ਨੇ ਇਦਾਂ ਹੀ ਗੋਲੀ ਮਾਰ ਲਈ ਅੰਦਰ ਵੜ ਕੇ। ਕਿੰਨੀਆਂ ਗੋਲੀਆਂ ਮਾਰੀਆਂ? ਪਤਾ ਨਹੀਂ ਕਿੰਨੀਆਂ ਮਾਰੀਆਂ ਨੇ। ਤੁਹਾਨੂੰ ਕੋਈ ਗੱਲਬਾਤ ਕਰਦੇ ਸੀ? ਨਹੀਂ, ਕੋਈ ਨਹੀਂ ਕੀਤੀ। 3-4 ਦਿਨ ਹੋ ਗਏ ਕੋਈ ਗੱਲ ਨਹੀਂ ਕੀਤੀ। ਇਹੋ ਜਾਂਦੇ ਕਿ ਬੈਂਕ 'ਚੋਂ ਫੋਨ ਆਉਣ ਡਿਆ, ਬੈਂਕ ਵਾਲਿਆਂ ਨਾਲ ਆਉਂਦਾ ਵੀ ਫੋਨ। ਹਾਂਜੀ। ਕੀ ਹੈ, ਕੀ ਕਹਿਣਾ ਚਾਹੁੰਦੇ ਹੋ, ਕੀ ਹੈ? ਨਾਮ ਯੁਵਰਾਜ ਸਿੰਘ। ਇੱਦਾਂ ਹੀ ਪੈਸੇ ਪੂਏ ਨੂੰ ਬੈਂਕ ਬੁੰਕ ਵਾਲੇ ਤੰਗ ਕਰਦੇ ਸੀ ਉਹਦੇ ਫੋਨ ਕਰਕੇ। ਪਤਾ ਨਹੀਂ ਲੱਗਾ ਗੋਲੀ ਮਾਰ ਲਈ। ਤੁਹਾਨੂੰ ਕੋਈ ਗੱਲ ਹੋਈ ਸੀ? ਮੈਂ ਤੇ ਅੱਜ ਤੇ ਸਵੇਰੇ ਤੇ ਕੋਈ ਗੱਲ ਨਹੀਂ ਸੀ, ਅੱਜ ਤੇ ਕੋਈ ਗੱਲ ਹੀ ਨਹੀਂ ਸਵੇਰੇ। ਉੱਦਾਂ ਅੱਗੋਂ ਪਿੱਛੋਂ ਕਰਦੇ ਹੁੰਦੇ ਸੀ ਗੱਲ।
ਥਾਣਾ ਰਾਮਾ ਮੰਡੀ ਅਧੀਨ ਪੈਂਦੇ ਇਲਾਕੇ ਵਿੱਚ 3 ਸਾਲਾ ਮਾਸੂਮ ਬੱਚੀ ਨਾਲ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ। ਪੀੜਿਤ ਬੱਚੀ ਨੂੰ ਉਸਦੀ ਮਾਂ ਵੱਲੋਂ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਮਾਂ ਦਾ ਕਹਿਣਾ ਹੈ ਕਿ ਉਸਦੀ ਬੱਚੀ ਨੂੰ ਕਈ ਦਿਨਾਂ ਤੋਂ ਸੱਟਾਂ ਵੀ ਲੱਗ ਰਹੀਆਂ ਸਨ, ਜਿਸ ਨੂੰ ਵੇਖਣ ਤੋਂ ਬਾਅਦ ਸ਼ੱਕ ਹੋਇਆ ਕਿ ਉਸ ਨਾਲ ਜ਼ਬਰ ਜਨਾਹ ਹੋਇਆ ਸੀ। ਬੱਚੀ ਦਾ ਜਦੋਂ ਮੈਡੀਕਲ ਕਰਵਾਇਆ ਗਿਆ ਤਾਂ ਮੈਡੀਕਲ ਜਾਂਚ ਕਰਵਾਉਣ ਤੇ ਪਤਾ ਚੱਲਿਆ ਕਿ ਇਸ ਨਾਲ ਗਲਤ ਹਰਕਤ ਕੀਤੀ ਗਈ ਹੈ। ਇੰਸਪੈਕਟਰ ਨਵਦੀਪ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਕਾਰਵਾਈ ਕੀਤੀ ਜਾਵੇਗੀ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਤੇ ਉਹਦੀ ਮਦਰ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਉਹਦੇ ਅਕੋਰਡਿੰਗਲੀ ਅਸੀਂ ਐਫਆਈਆਰ ਰਜਿਸਟਰ ਕੀਤੀ ਹੈ ਤੇ ਜਿਹਦੇ ਵਿੱਚ ਅਸੀਂ ਪਹਿਲਾਂ ਤਾਂ ਐਫਓ 376 ਤੇ ਆ ਜਿਹੜਾ ਪੌਕਸੋ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ 354 A 511 78 ਪੌਕਸੋ ਐਕਟ ਦੇ ਤਹਿਤ ਦਰਜ ਕੀਤਾ ਹੈ। ਇਹਦੇ ਵਿੱਚ ਜਿਹੜਾ ਹੈ ਉਹਦਾ ਫਾਦਰ ਹੈ ਲੜਕੀ ਦਾ ਉਹਦੇ ਤੇ ਪਲੱਸ ਉਹਦਾ ਜਿਹੜਾ ਭਰਾ ਹੈ ਉਹਦੇ ਤੇ ਇੱਕ ਸਹੁਰਾ ਜਿਹੜਾ ਹੈ ਉਹਦੇ ਤੇ ਤਿੰਨਾਂ ਦੇ ਪਰਚਾ ਦਰਜ ਕੀਤਾ। ਜਿਹਦੇ 'ਚ 2 ਜਣੇ ਨੇ ਅਸੀਂ ਅਰੈਸਟ ਕਰ ਲਿਆ, ਸਹੁਰਾ ਹਾਲੇ ਜਿਹੜਾ ਅਰੈਸਟ ਹੋਣਾ ਬਾਕੀ ਹੈ। ਇਹੀ ਦੱਸਦੇ ਵੀ ਉਹਦੀ ਗੈਰਹਾਜ਼ਰੀ ਦੇ ਵਿੱਚ ਬੱਚੇ ਦੇ ਨਾਲ ਕੋਈ ਜਿਹੜੀ ਹੈ ਕਿਸੇ ਨੇ ਗਲਤ ਹਰਕਤ ਕੀਤੀ ਹੈ ਇਹਨਾਂ ਦੇ ਵਿੱਚੋਂ, ਤੇ ਉਹਦੇ ਬੇਸ 'ਤੇ ਸਟੇਟਮੈਂਟ ਦੇ ਬੇਸ 'ਤੇ ਅਸੀਂ ਜਿਹੜੀ ਐਫਆਈਆਰ ਕਰਕੇ ਤੇ ਅਸੀਂ ਇਹਦੀ ਜਿਹੜੀ ਪ੍ਰੋਸੀਡਿੰਗ ਕੀਤੀ ਜਾਂਦੀ ਹੈ। ਸਰ ਦੇਖਿਆ ਜਾਵੇ ਲੜਕੀ ਦੀ ਮਦਰ ਹੈ ਉਹ ਕੀ ਕਰਦੇ ਨੇ, ਜੌਬ ਕਰਦੇ ਨੇ ਕਿ ਜੌਬ ਵਗੈਰਾ ਕਰਦੇ ਨੇ? ਲੜਕੀ ਦੀ ਮਦਰ ਜਿਹੜੀ ਹੈ ਕਿਸੇ ਹਸਪੀਟਲ ਦੇ ਵਿੱਚ ਜੌਬ ਕਰਦੀ ਹੈ। ਜਿਨ੍ਹਾਂ ਦੀ ਫਿਰੋਜ਼ਪੁਰ ਵਿੱਚ ਗੋਲੀਬਾਰੀ ਦੀ ਘਟਨਾ 'ਚ ਸ਼ਾਮਿਲ ਬੱਚਾ ਗਿਰੋਹ ਦਾ ਪਿੱਛਾ ਕਰਦੇ ਹੋਏ ਲੁਧਿਆਣਾ ਤੋਂ ਫਿਰੋਜ਼ਪੁਰ ਪੁਲਿਸ ਨੇ ਬੱਚਾ ਗਿਰੋਹ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਇਹਨਾਂ ਕੋਲੋਂ 32 ਬੋਰ, ਇੱਕ 12 ਬੋਰ ਦੀ ਬੰਦੂਕ, 21 ਰੌਂਦ ਬਾਰੂਦ ਸਮੇਤ 13 ਜਿੰਦਾ ਗੋਲਾ ਬਾਰੂਦ ਤੇ ਇੱਕ ਸਵਿਫਟ ਕਾਰ ਸਮੇਤ ਗ੍ਰਿਫਤਾਰ ਕੀਤਾ ਹੈ। ਜਿਹੜੀ ਅੱਜ ਦੀ ਇਹ ਰਿਕਵਰੀ ਹੈ ਜਿਹਦੇ ਵਿੱਚ 3 ਬੰਦੇ ਸ਼ਿਸ਼ੂ ਗੈਂਗ ਦੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 3 32 ਬੋਰ ਦੇ ਪਿਸਟਲ ਤੇ ਨਾਲ ਹੀ ਇਹਨਾਂ ਦੇ ਸਣੇ ਜਿਹੜੇ ਹੈ ਜਿੰਦਾ ਰੌਂਦ ਇਹ ਵੀ ਇਹਨਾਂ ਤੋਂ ਬਰਾਮਦ ਕੀਤਾ ਹੈ। ਇਹ ਸ਼ਿਸ਼ੂ ਗੈਂਗ ਜਿਹੜਾ ਕਿ 22-23 ਅਪ੍ਰੈਲ ਦੀ ਰਾਤ ਨੂੰ ਉਡਾ ਕਾਲਨੀ 'ਚ ਜਿਹੜੀ ਫਾਇਰਿੰਗ ਹੋਈ ਹੈ, ਜਿਹੜੀ ਅੰਧਾਧੁੰਦ ਫਾਇਰਿੰਗ ਕਰਕੇ ਗਏ ਆ, ਉਸ ਦੇ ਬਾਅਦ ਜਿਹੜਾ ਐਫਆਈਆਰ ਰਜਿਸਟਰ ਹੋਈ ਹੈ ਸਿਟੀ ਥਾਣਾ ਦੇ ਵਿੱਚ। ਉਸ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਵੱਲੋਂ ਅਲੱਗ-ਅਲੱਗ ਥਾਵਾਂ ਤੇ ਰੇਡਸ ਕੀਤੀਆਂ ਗਈਆਂ, ਟੀਮਸ ਬਣਾਈਆਂ ਗਈਆਂ ਤੇ ਇਹਨਾਂ ਨੂੰ ਟਰੇਸ ਕਰਨ ਲਈ ਤੇ ਟਰੈਕ ਕਰਨ ਲਈ ਲੁਧਿਆਣਾ ਪੈਵਿਲੀਅਨ ਮਾਲ ਤੋਂ ਇਹਨਾਂ ਦੀ ਗ੍ਰਿਫਤਾਰੀ ਵੀ ਹੋਈ ਹੈ, ਜਿਨ੍ਹਾਂ ਦੇ ਵਿੱਚ ਸ਼ਿਸ਼ੂ ਜਿਹੜਾ ਮੁੱਖ ਸਰਗਨਾ ਹੈ ਇਸ ਸ਼ਿਸ਼ੂ ਗੈਂਗ ਦਾ, ਉਹਦੀ ਗ੍ਰਿਫਤਾਰੀ ਹੋਈ ਸੀ। ਇਸ ਦੇ ਨਾਲ ਹੀ 4 ਟੋਟਲ ਜਿਹੜੇ ਹੈ ਸ਼ਿਸ਼ੂ ਗੈਂਗ ਦੇ ਮੈਂਬਰਸ ਉਹ ਗ੍ਰਿਫਤਾਰ ਹੋਏ ਸਨ। ਉਸ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਵੱਲੋਂ ਜਿਹੜੇ ਬਾਕੀ ਦੇ ਇਹ 3 ਗੈਂਗ ਮੈਂਬਰ ਨੇ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਮਨਪ੍ਰੀਤ ਸਿੰਘ ਏਲੀਆ ਸੋਨੂ ਵੱਗਲ ਜਿਹੜਾ ਕਿ ਰੁਕਨਾ ਮੰਗਲਾ ਆਪਣਾ ਇੱਥੇ ਪਿੰਡ ਪੈਂਦਾ ਹੈ, ਉੱਥੋਂ ਦਾ ਵਸਨੀਕ ਹੈ। ਇਸ ਦੇ ਖਿਲਾਫ ਜਿਹੜੇ ਹੈ ਕਾਫੀ ਮੁਕੱਦਮੇ ਜਿਹੜੇ ਹੈ ਵੱਖੋ ਵੱਖਰੇ ਥਾਣਿਆਂ ਦੇ ਵਿੱਚ ਦਰਜ ਨੇ। ਇਸ ਤੋਂ ਇਲਾਵਾ ਇਸ ਦੇ ਨਾਲ ਹੀ ਇਸਦੇ 2 ਸਾਥੀ ਜੋ ਕਿ ਕਾਰ ਦੇ ਵਿੱਚ ਸਵਾਰ ਸਨ, ਇਹ ਤਿੰਨੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ, ਜਿਹੜੇ ਕਿ ਮਲਕੀਤ ਸਿੰਘ ਤੇ ਅਮਨ ਕੁਮਾਰ। ਇਹਨਾਂ ਤੇ ਵੀ ਵੱਖੋ ਵੱਖਰੇ ਥਾਣਿਆਂ ਦੇ ਵਿੱਚ 2 ਤੋਂ ਲੈ ਕੇ 3 ਐਫਆਈਆਰ ਜਿਹੜੀਆਂ ਨੇ ਉਹ ਦਰਜ ਨੇ। ਇਹਨਾਂ ਤੋਂ ਇੰਡੀਵਿਜੂਅਲੀ ਜਿਹੜਾ ਹੈ ਕੱਲੇ ਤੋਂ 32 ਬੋਰ ਦੀ ਪਿਸਟਲ ਜਿਹੜੀ ਹੈ ਉਹ ਬਰਾਮਦ ਹੋਈ ਹੈ, ਨਾਲ ਹੀ ਸਣੇ ਰੌਂਦ ਵੀ ਜਿਹੜੇ ਹੈ ਉਹ ਵੀ ਬਰਾਮਦ ਹੋਏ ਨੇ। ਇਸ ਤੋਂ ਇਲਾਵਾ ਇਹਨਾਂ ਦੀ ਗੱਡੀ ਜਿਹੜੀ ਹੈ ਸਵਿਫਟ ਗੱਡੀ, ਜਿਸ ਤੋਂ ਇੱਕ 12 ਬੋਰ ਦੀ ਜਿਹੜੀ ਹੈ ਗਨ, 21 ਕਾਰਤੂਸਾਂ ਸਮੇਤ ਜਿਹੜੀ ਹੈ ਉਹ ਵੀ ਰਿਕਵਰ ਹੋਈ ਹੈ। ਕਪੂਰਥਲਾ ਤੋਂ ਚੋਰੀ ਹੋਈ ਕਾਰ ਬਿਆਸ ਪੁਲਿਸ ਨੇ ਚੋਰ ਸਣੇ ਬਰਾਮਦ ਕਰ ਲਈ। ਥਾਣਾ ਬਿਆਸ ਵਿੱਚ ਮਾਮਲਾ ਦਰਜ ਕਰ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦਰਅਸਲ ਆਏ ਦਿਨ ਵੱਧ ਰਹੀਆਂ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਪੁਲਿਸ ਵੱਲੋਂ ਦਿਨ ਰਾਤ ਨਾਕੇਬੰਦੀ ਕਰਨ ਦੀ ਕੋਸ਼ਿਸ਼ ਜਾਰੀ ਕੀਤੀ ਗਈ। ਇਸੇ ਦੌਰਾਨ ਕਪੂਰਥਲਾ ਤੋਂ ਚੋਰੀ ਹੋਈ ਇੱਕ ਕਾਰ ਨੂੰ ਵੀ ਥਾਣਾ ਬਿਆਸ ਦੀ ਪੁਲਿਸ ਪਾਰਟੀ ਨੇ ਮੁਸ਼ਤੈਦੀ ਵਰਤਦਿਆਂ ਕਥਿਤ ਚੋਰ ਸਣੇ ਬਰਾਮਦ ਕਰ ਲੈਣ ਦਾ ਦਾਅਵਾ ਕੀਤਾ ਹੈ। 23 ਤਰੀਕ ਨੂੰ ਇੱਕ ਗੱਡੀ ਇੰਡੀਗੋ ਜਿਹੜੀ ਆ ਕਪੂਰਥਲੇ ਤੋਂ ਚੋਰੀ ਹੋਈ ਸੀ ਰਾਤ ਦੇ ਵਕਤ। ਉਸੇ ਵਕਤ ਕਪੂਰਥਲੇ ਤੋਂ ਮੈਸੇਜ ਜਿਹੜੇ ਆਲ ਪੰਜਾਬ 'ਚ ਕੀਤੇ ਗਏ ਸੀ, ਜਿਸ ਸੰਬੰਧੀ ਨਾਕਾਬੰਦੀ ਸਖਤੀ ਜਿਹੜੀ ਕੱਲ੍ਹ ਕੀਤੀ ਗਈ। ਦੌਰਾਨੇ ਨਾਕਾਬੰਦੀ ਜਿਹੜੀ ਆ ਐਸਆਈ ਰਘਵੀਰ ਸਿੰਘ ਚੌਂਕੀ ਇੰਚਾਰਜ ਰਈਆ ਨੂੰ ਸਖਤੀ ਨਾਲ ਚੈਕਿੰਗ ਕੀਤੀ ਗਈ ਆ। ਦੌਰਾਨੇ ਚੈਕਿੰਗ ਇਹ ਜਿਹੜੀ ਚੋਰੀ ਹੋਈ ਇੰਡੀਗੋ ਕਾਰ ਜਿਹੜੀ ਅਸੀਂ ਬਰਾਮਦ ਕੀਤੀ ਚੋਰ ਦੇ ਸਮੇਤ, ਤੇ ਚੋਰ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਿਹੜੀ ਹੈ ਤਫਤੀਸ਼ ਜਿਹੜੀ ਕੀਤੀ ਜਾ ਰਹੀ। ਕਿਸ ਤਰ੍ਹਾਂ ਹੋਇਆ? 300 ਧਾਰਾ 379 411 ਆਈਪੀਸੀ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਬਟਾਲਾ ਦੇ ਸਰਕਾਰੀ ਸਕੂਲ ਵਿੱਚ ਚੋਰੀ ਕਰ ਰਹੇ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ। ਜਦੋਂ ਸਕੂਲ ਦੇ ਮੁੱਖ ਅਧਿਆਪਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਜਾਣਕਾਰੀ ਦਿੱਤੀ ਕਿ ਸਕੂਲ ਵਿੱਚ ਛੁੱਟੀ ਤੋਂ ਬਾਅਦ ਕਿਸੇ ਵੱਲੋਂ ਸਕੂਲ ਦੀਆਂ ਟੂਟੀਆਂ ਚੋਰੀ ਕਰ ਲਈਆਂ ਗਈਆਂ ਸਨ, ਜਿਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਹੈ ਤੇ ਇਸ ਤੋਂ ਪਹਿਲਾਂ ਵੀ ਸਕੂਲ ਦੀ ਇਮਾਰਤ ਵਿੱਚ ਚੱਲ ਰਹੇ ਪ੍ਰਾਇਮਰੀ ਸਕੂਲ ਵਿੱਚੋਂ ਵੀ ਐਲਈਡੀ ਚੋਰੀ ਹੋ ਚੁੱਕੀ ਹੈ। ਉਹ ਸਰ ਵੀਡੀਓ ਦਾ ਇਸ਼ੂ ਇਹ ਹੈ ਵਾਇਰਲ ਹੋਣ ਦਾ ਕਿ 22 ਤਰੀਕ ਨੂੰ ਛੁੱਟੀ ਤੋਂ ਬਾਅਦ ਸਾਡੇ ਕੈਂਪਸ ਦੇ ਵਿੱਚ 2 ਆਂਗਨਵਾੜੀ ਸੈਂਟਰ ਨੇ, ਇੱਕ ਪ੍ਰਾਇਮਰੀ ਹੈ, ਇੱਕ ਹਾਈ ਹੈ।
ਉਹਦੇ ਵਿੱਚ 6 ਟੂਟੀਆਂ ਸਾਡੀਆਂ ਪ੍ਰਾਇਮਰੀ ਸਕੂਲ ਦੀਆਂ ਗੈਪ ਹੋਈਆਂ ਤੇ 4 ਟੂਟੀਆਂ ਸਾਡੀਆਂ ਹਾਈ ਸਕੂਲ ਦੀਆਂ। ਉਹ ਅਗਲੇ ਦਿਨ ਜਦੋਂ ਆਪਾਂ ਸਕੂਲ ਟਾਈਮ ਆਏ ਸਵੇਰੇ ਆਣ ਕੇ ਅਸੀਂ ਦੇਖਿਆ, ਸਾਨੂੰ ਪਤਾ ਲੱਗਿਆ ਕਿ 6 ਟੂਟੀਆਂ ਪ੍ਰਾਇਮਰੀ ਦੀਆਂ ਸੀ ਤੇ 4 ਟੂਟੀਆਂ ਹਾਈ ਸਕੂਲ ਦੀਆਂ ਗੈਪ ਹੋਈਆਂ ਸੀ। ਉਸ ਤੋਂ ਬਾਅਦ ਅਸੀਂ ਆਪਣੀ ਕਾਰਵਾਈ ਕੰਪਲੇਂਟ ਕੀਤੀ ਹੈ। ਕੰਪਲੇਂਟ ਕਰਨ ਤੋਂ ਬਾਅਦ ਅਜੇ ਕਾਰਵਾਈ ਚੱਲਦੀ ਪਈ ਹੈ। ਪੰਜਾਬ ਵਿੱਚ ਵੱਡੇ ਪੱਧਰ ਤੇ ਕਾਂਗਰਸ ਦੀ ਹਾਰ ਹੋਈ ਹੈ ਤੇ ਇਸ ਹਾਰ ਦਾ ਠੀਕਰਾ ਕਾਂਗਰਸ ਹਾਈ ਕਮਾਂਡ ਉਹਨਾਂ ਨੇਤਾਵਾਂ ਤੇ ਮਾਰ ਰਹੀ ਹੈ ਜਿਹੜੇ ਪਾਰਟੀ ਨੂੰ ਸਲਾਹ ਦਿੰਦੇ ਰਹੇ ਹਨ ਤੇ ਸੱਚ ਬੋਲਦੇ ਰਹੇ। ਇਸੇ ਕਰਕੇ ਸੁਨੀਲ ਜਾਖੜ ਨੂੰ ਪਾਰਟੀ ਚੋਂ ਬਾਹਰ ਕੱਢਣ ਦੀਆਂ ਸਕੀਮਾਂ ਬਣ ਰਹੀਆਂ ਹਨ। ਪਰ ਹੁਣ ਡਾਕਟਰ ਰਾਜਕੁਮਾਰ ਵੇਰਕਾ ਸੁਨੀਲ ਜਾਖੜ ਦੇ ਹੱਕ ਵਿੱਚ ਨਿਤਰੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਤੋਂ ਗਲਤੀਆਂ ਹੋਈਆਂ ਹਨ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਸੀਨੀਅਰ ਨੇਤਾਵਾਂ ਨੂੰ पार्टी चो बाहर कट दिता जावे। कांग्रेस पार्टी को सबको इकट्ठा रखना चाहिए और हम सबको अपनी गलतियों में सुधार करना होगा। यहाँ अगर हम में गलतियां तो हम सुधार करें, पार्टी के अंदर कोई गलतियां तो पार्टी के लीडर अपना सुधार करें। जरूरत इस बात की है कि हालांकि सुनील जाखड़ को जब सीएलपी का लीडर चुना जाना था, कैप्टन अमरिंदर सिंह को हटाने के बाद उस पे सुनील जाखड़ ने सवाल खड़े किए थे। ये जो नोटिस जारी हुआ था उसी संदर्भ में ये नोटिस था और मैं फिर भी ये समझता हूं कि भैया ये गलतियां खाली एक ने सवाल खड़े नहीं किए थे, और भी बहुत से सीनियर लोग थे जिन्होंने सवाल खड़े किए थे। खाली सुनील जाखड़ को बलि का बकरा बनाना ये अच्छी बात नहीं है, ये नोटिस वापस होना चाहिए। और दूसरी बात मैं ये कहना चाहता हूं कि बहुत सारे आशंकाएं ये आ रही थी कि दलित इशू की जो बात थी, जो उनकी टिप्पणी थी, उसमें सुनील जाखड़ जी ने मीडिया के सामने आकर के माफी मांग ली, गुरु रविदास मंदिर में जाकर के माफी मांग ली। मुझे लगता है कि सुनील जाखड़ दलितों के हक में लड़ते भी रहे, उनका संघर्ष को भी हमें ध्यान में रखना चाहिए। मैं समझता हूं कि कांग्रेस हाईकमान को ये नोटिस वापस लेना चाहिए और अपने दिल्ली ਦੇ ਵਸਨੀਕ ਕਵੀ ਕੁਮਾਰ ਵਿਸ਼ਵਾਸ ਤੇ ਕਾਂਗਰਸੀ ਆਗੂ ਅਲਕਾ ਲਾਂਬਾ ਅੱਜ 26 ਅਪ੍ਰੈਲ ਨੂੰ ਰੂਪਨਗਰ ਪੁਲਿਸ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ SIT ਅੱਗੇ ਪੇਸ਼ ਹੋਣਗੇ। ਇਹ ਜਾਣਕਾਰੀ ਦਿੰਦਿਆਂ ਹਰਬੀਰ ਅਟਵਾਲ SP ਰੂਪਨਗਰ ਨੇ ਦੱਸਿਆ ਹੈ ਕਿ ਜ਼ਿਲ੍ਹਾ ਪੁਲਿਸ ਵੱਲੋਂ ਇਹਨਾਂ ਦੋਵਾਂ ਨੂੰ 27 ਅਪ੍ਰੈਲ ਨੂੰ ਰੂਪਨਗਰ ਸਿੱਟ ਅੱਗੇ ਪੇਸ਼ ਹੋਣ ਲਈ ਮੋੜ ਸੰਮਣ ਭੇਜੇ ਗਏ ਸਨ, ਜੋ ਕਿ ਦੋਵਾਂ ਵੱਲੋਂ ਰਿਸੀਵ ਵੀ ਕੀਤੇ ਗਏ ਹਨ। ਪਰੰਤੂ ਅਲਕਾ ਲਾਂਬਾ ਵੱਲੋਂ ਮੈਸੇਜ ਭੇਜਿਆ ਗਿਆ ਹੈ ਕਿ ਉਹਨਾਂ ਨੇ ਅੱਜ 26 ਅਪ੍ਰੈਲ ਨੂੰ ਸਿੱਟ ਅੱਗੇ ਪੇਸ਼ ਹੋਣ ਲਈ ਪੂਰੀ ਤਿਆਰੀ ਕਰ ਲਈ ਸੀ ਅਤੇ ਉਹਨਾਂ ਵੱਲੋਂ ਟਿਕਟਾਂ ਵੀ ਬੁੱਕ ਕਰਵਾ ਲਈਆਂ ਗਈਆਂ ਸਨ। ਹੁਣ ਰੂਪਨਗਰ ਪੁਲਿਸ ਵੱਲੋਂ ਉਹਨਾਂ ਨੂੰ 27 ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ, ਪਰੰਤੂ ਉਹ ਕੁਝ ਧਾਰਮਿਕ ਰੁਝੇਵਿਆਂ ਵਿੱਚ 4-5 दिन बिजी हैं, जिस करके वो 27 अप्रैल ਨੂੰ ਪੇਸ਼ नहीं हो सकणगे। दिल्ली में बैठी एक पार्टी दावा करती थी कि हम बदलाव की राजनीति करने आए हैं। बदलाव छोड़कर बदले की राजनीति पर उतर आई है वो पार्टी। अपने पुराने सहयोगी कहें, राजनीतिक विरोधी कहें, उनके ऊपर एक एक करके निशाना साधने लग गए हैं। बस एक बार पुलिस उनके हाथ में आ जाए, ये वो मांग किया करते थे। पंजाब में जीतने के बाद सत्ता पुलिस ताकत हाथ आने के बाद उस पुलिस उस ताकत का जो जनता ने दिया उसका इस्तेमाल पंजाब के लोगों के लिए नहीं हो रहा। उसका इस्तेमाल चाहे उत्तर प्रदेश के गाजियाबाद में बैठे पूर्व सहयोगी राजनीतिक विरोधी कहें आज डॉक्टर कुमार विश्वास हो, या दिल्ली में मेरी जैसे बैठे आम आदमी पार्टी के ही पुराने सहयोगी कहें, राजनीतिक दृष्टि से पंजाब पुलिस का दुरुपयोग करते हुए हमारे घरों में उत्तर प्रदेश और दिल्ली में 20-30 पंजाब पुलिस के अधिकारियों को भेजा, घर के दरवाजे पर नोटिस चिपकाया। नोटिस 20 अप्रैल को चिपकाया कि 26 अप्रैल 10 बजे से पहले हमें सदर रूपनगर थाने पंजाब पेश होना है। 20 का नोटिस था। 21 को मैंने दिल्ली से चंडीगढ़ की अपनी टिकट बुक करवा ली। 25 तारीख को मैं पंजाब पहुंच गई। 26 तारीख को मुझे रूपनगर थाने पेश होना था, लेकिन डीएसपी साहब का फोन आता है, व्हाट्सएप पे एक और नोटिस आता है कि मैं 26 नहीं अब 27 को पेश हूं। मैं समझ सकती हूं जब दिल्ली में बैठे हुए दिल्ली के मुख्यमंत्री और उनके ही एक मोहरे जो पंजाब के मुख्यमंत्री के घर पर राज्यसभा सांसद भी अब घर बैठे हुए हैं, वो अगर पुलिस को निर्देश देंगे, जिसके बारे में मुझे लगता है भगवत मान जी को मालूम नहीं, वो दिल्ली बैठे हैं इसलिए, तो यही होगा कि 26 की तारीख 27 को होगी। 27 के बाद फिर झूठ बोला जाएगा मीडिया में पुलिस द्वारा कि मैं उनसे 3-4 दिन का और समय मांग रही हूं। मैं इस समय पंजाब में हूं। 26 को आपने बुलाया था, मैं 25 को आ चुकी हूं। अब आप 27 को कह रहे हैं, मैं रुकूंगी। 27 को सदर रूपनगर थाने पेश होंगी। आपके दिल्ली में बैठे आका, मुख्यमंत्री आवास पे बैठे उन्हीं के मोहरे राज्यसभा सांसद जो अभी बनकर आए हैं, उनसे आप निर्देश लेते रहिए, अपनी तारीखें बदलते रहिए,
पर मैं इन सब हथकंडों से डरने वाली नहीं हूं। कानून का सम्मान करते हैं, कानून का सामना करेंगे। इस लड़ाई को, जो दिल्ली की लड़ाई, दिल्ली के मुख्यमंत्री आप पंजाब तक खींच कर लाए हैं, आप दिल्ली की बेटी को दिल्ली से पंजाब खींच कर लाए हैं, ये आपको भारी पड़ने वाला है। कानून का सामना करेंगे और जो कहा है, जो कहा था, उस पर आज भी अडिग खड़ी हूं, डरने वाली नहीं हूं। अब आपको देखना है कि आगे आपकी चालें क्या होंगी। ਸ਼੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਬਾਈਪਾਸ ਤੇ ਸਵਿਫਟ ਕਾਰ ਤੇ ਆਏ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਤੇ ਇਸ ਦੌਰਾਨ ਸ਼੍ਰੀ ਮੁਕਤਸਰ ਸਾਹਿਬ ਵਾਸੀ ਇੱਕ ਨੌਜਵਾਨ ਦੇ 2 ਗੋਲੀਆਂ ਵੀ ਵੱਜੀਆਂ, ਜੋ ਕਿ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਅਧੀਨ ਹੈ। ਜ਼ਖਮੀ ਨੌਜਵਾਨ ਸਾਰੋ ਇੱਕ ਨੌਜਵਾਨ ਨੂੰ ਕਾਰ ਸਵਾਰਾਂ ਚੋਂ ਜਾਣਦਾ ਹੈ। ਉਧਰ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮੇਰਾ ਨਾਮ ਵਿਕਰਮਜੀਤ ਸਿੰਘ ਹੈ। ਵਿਕਰਮ ਜੀ, ਕੀ ਘਟਨਾ ਕੀ ਹੋਈ ਹੈ ਰਾਤ ਜਿਹੜੀ ਤੁਹਾਡੇ ਦੋਸਤ ਦੇ ਗੋਲੀ ਵੱਜੀ ਹੈ? ਕਿਸ ਤਰ੍ਹਾਂ ਅਸੀਂ ਦੋਵੇਂ ਯਾਨੀ ਕਿ ਚਿਕਨ ਸੈਂਟਰ ਤੇ ਬੈਠੇ ਸੀਗੇ। ਉਸ ਤੋਂ ਬਾਅਦ ਯਾਨੀ ਕਿ ਗੱਲਾਂ ਬਾਤਾਂ ਆਪਦੀਆਂ ਕਰਕੇ ਜਦੋਂ ਨੀਚੇ ਆਏ ਆ ਤੇ ਤਕਰੀਬਨ ਟਾਈਮ ਪੌਣੇ 10 ਵਗੈਰਾ ਇੱਥੇ ਜੇ ਹੋਣਾ ਤੇ ਇੱਕ ਸਵਿਫਟ ਡਿਜ਼ਾਇਰ ਗੱਡੀ ਆਈ ਹੈ ਜੋ ਕਿ ਯਾਨੀ ਕਿ ਸੜਕ ਦੇ ਵਿਚਾਲੇ ਖੜ ਗਈ ਹੈ। ਜਦੋਂ ਆ ਕੇ ਉਹਨਾਂ ਨੇ ਯਾਨੀ ਕਿ ਨਾਂ ਲਿਆ ਵੀ ਬਿੱਲਾ ਬਿੱਲਾ, ਤੇ ਇਹ ਪ੍ਰਿੰਸ ਤੇ ਮੈਂ ਆਏ ਖੜੇ ਆ। ਤੇ ਜਦੋਂ ਪ੍ਰਿੰਸ ਅੱਗੇ ਗਿਆ, ਅੱਗੇ ਜਾ ਕੇ ਕਹਿ ਰਿਹਾ ਸੀਗਾ ਹਾਂਜੀ ਹਾਂਜੀ ਹਾਂ, ਇੰਨੇ ਟਾਈਮ ਨੂੰ ਉਹਨੇ ਯਾਨੀ ਕਿ ਵੀ ਗੱਡੀ ਦੇ ਬੈਕ ਸਾਈਡ ਵਾਲਾ ਸ਼ੀਸ਼ਾ ਡਾਊਨ ਸੀਗਾ। ਜਦੋਂ ਬੰਦਾ ਬੋਲ ਰਿਹਾ ਸੀਗਾ ਉਦੋਂ ਨੂੰ ਉਹਨੇ ਵੀ ਆਪਦਾ ਪਿਸਟਲ ਕੀ ਰਿਵਾਲਵਰ ਸੀਗਾ ਉਹਦੇ ਕੋਲੇ, ਤੇ ਜੋ ਕਿ ਉਹਨੇ ਨਾਲ ਦੀ ਨਾਲ ਵੀ ਰਾਊਂਡ ਫਾਇਰ ਕਰਤੇ ਆ। ਤੇ ਤਕਰੀਬਨ 2 ਤਾਂ ਇਹਦੇ ਲੱਗੇ ਹੀ ਆ। ਉਸ ਤੋਂ ਬਾਅਦ ਇਹ ਨਹੀਂ ਪਤਾ ਕਿਉਂਕਿ ਅਸੀਂ ਆਪ ਬਖਲਾ ਕੇ ਵੀ ਡਰ ਗਏ। ਮੈਂ ਤਾਂ ਥੱਲੇ ਯਾਨੀ ਕਿ ਵੀ ਆਪਦੀ ਜਾਨ ਬਚਾਉਣ ਲੱਗਿਆ ਥੱਲੇ ਹੀ ਐਂ ਬਹਿ ਗਿਆ ਸੀਗਾ। ਤੇ ਉਸ ਤੋਂ ਬਾਅਦ ਯਾਨੀ ਕਿ ਵੀ ਮੰਨ ਲਓ ਵੀ ਮੇਰੇ ਹਿਸਾਬ ਨਾਲ ਵੀ ਕੋਈ ਇੱਕ ਅੱਧਾ ਉਹਨਾਂ ਨੇ ਹਵਾਈ ਫਾਇਰ ਕੀਤਾ ਹੋਊਗਾ। ਤੇ ਯਾਨੀ ਕਿ ਵੀ ਉਹਨਾਂ ਨੇ ਤਾਂ ਤਕਰੀਬਨ 1.5 ਮਿੰਟ ਲਾਇਆ ਹੋਣਾ ਵੈਸੇ ਇੰਨੇ 'ਚ ਕਾਰਵਾਈ। ਉਹ ਯਾਨੀ ਕਿ ਸ਼ਾਇਦ ਤੋਂ ਹਬੋਰ ਰੋਡ ਬਾਈਪਾਸ ਵੱਲੋਂ ਆਈ ਸੀ ਗੱਡੀ ਤੇ ਹਬੋਰ ਵਾਲੀ ਸਾਈਡ ਯਾਨੀ ਕਿ ਗੱਡੀ ਭਜਾ ਕੇ ਲੈ ਗਈ। ਕੱਲ ਰਾਤ ਨੂੰ ਇੱਕ ਪੇਸ਼ੈਂਟ ਆਇਆ ਸੀ ਜੀ, ਉਹਦੇ ਗੋਲੀਆਂ ਵੱਜੀਆਂ ਹੋਈਆਂ ਸੀ। ਮਰੀਜ਼ ਦੇ ਦੱਸਣ ਦੇ ਮੁਤਾਬਕ ਵੀ ਉਹ ਉੱਥੇ ਆਪਣੇ ਕੰਮ ਵਾਲੀ ਜਗ੍ਹਾ ਤੇ ਖੜਾ ਸੀ ਤੇ ਉਹਨੂੰ ਬੁਲਾ ਕੇ ਉਹਨਾਂ ਨੇ ਪਹਿਲਾਂ ਬਾਹਰ ਬੁਲਾਇਆ, ਫਿਰ ਕਿਸੇ ਪਰ ਇਨਕੁਆਇਰੀ ਕਰਕੇ ਉਸ ਤੋਂ ਬਾਅਦ ਉਹਨੂੰ ਗੋਲੀ ਮਾਰੀ ਹੈਗੀ ਹੈ। ਉਹਦੇ ਜਿਹੜੀਆਂ ਗੋਲੀਆਂ ਵੱਜੀਆਂ ਹੈਗੀਆਂ, ਇੱਕ ਤਾਂ ਪੇਟ ਦੇ ਵਿੱਚ ਗੋਲੀ ਵੱਜੀ ਸੀ, ਇੱਕ ਬਾਂਹ ਦੇ ਵਿੱਚ ਵੱਜੀ ਸੀ। ਬਾਂਹ ਵਾਲੀ ਗੋਲੀ ਤਾਂ ਆਰ ਪਾਰ ਹੋ ਗਈ ਸੀ, ਦੂਸਰੀ ਗੋਲੀ ਪੇਟ ਦੇ ਅੰਦਰ ਚਲੀ ਗਈ ਸੀ। ਉਹ ਆਪਰੇਸ਼ਨ ਕਰਕੇ ਰਾਤੀ ਅਸੀਂ ਗੋਲੀ ਕੱਢਤੀ ਹੈ। ਕਿੰਨੀਆਂ ਬੁਲੇਟਸ ਲੱਗੀਆਂ ਇਹਨਾਂ ਦੇ ਟੋਟਲ? ਸਾਡੇ ਹਿਸਾਬ ਨਾਲ 2 ਗੋਲੀਆਂ ਤਾਂ ਇਹਨਾਂ ਨੂੰ ਲੱਗੀਆਂ ਜੀ, ਬਟ ਉਹਦੇ ਵਰਸ਼ਨ ਇਹ ਸੀ ਵੀ 4-5 ਫਾਇਰ ਹੋਏ ਆ। ਪਰ ਜਿਹੜੀਆਂ ਸੱਟਾਂ ਦੇ ਮੁਤਾਬਕ ਹੈ ਵੀ ਇੱਕ ਗੋਲੀ ਬਾਂਹ ਦੇ ਵਿੱਚ ਵੱਜੀ ਹੈ, ਇੱਕ ਪੇਟ ਦੇ ਵਿੱਚ ਵੱਜੀ ਹੈ। ਕਿਸ ਤਰ੍ਹਾਂ ਦੀ ਕੰਡੀਸ਼ਨ ਹੈ ਸਰ? ਪੇਸ਼ੈਂਟ ਹੁਣ ਸਟੇਬਲ ਹੈ ਜੀ, ਆਪਰੇਸ਼ਨ ਤੋਂ ਬਾਅਦ ਹੋਸ਼ 'ਚ ਹੈ ਤੇ ਖਤਰੇ ਤੋਂ ਬਾਹਰ ਲੱਗ ਰਿਹਾ ਹੈ। ਸਰ ਪੁਲਿਸ ਨੇ ਇਤਲਾਹ ਕੀਤੀ? ਹਾਂਜੀ, ਰਾਤੀ ਪੁਲਿਸ ਇਤਲਾਹ ਕਰਤੀ ਸੀ, ਪੁਲਿਸ ਵਾਲੇ ਵੀ ਰਾਤੀ ਆ ਗਏ ਸੀ ਤੇ ਉਹਨੇ ਆਪਦੇ ਬਿਆਨ ਲੈ ਲਏ। ਅਬੋਹਰ ਰੋਡ ਤੇ ਰਾਤ ਗੋਲੀ ਚੱਲੀ ਹੈ, FIR ਦਰਜ ਕਰਤੀ ਹੈ, ਜਾਂਚ ਚੱਲ ਰਹੀ ਹੈ। ਕਿੰਨੇ ਆਦਮੀਆਂ ਤੇ FIR? ਅਨਨੋਨ ਤੇ ਜੀ, ਅਣਪਛਾਤਿਆਂ ਤੇ। ਕਿੰਨੇ ਜਣੇ? ਤਿੰਨ ਜਣੇ ਅਣਪਛਾਤੇ ਸੀਗੇ ਜੀ। ਕਿੱਥੋਂ ਆਏ, ਕਿੱਥੋਂ ਨਾ ਮੁਕਤਸਰ ਸਾਈਡ ਤੋਂ ਪੰਨੀ ਵਾਲਾ ਰੋਡ ਨੂੰ ਗਏ ਸਵਿਫਟ ਕਾਰ ਤੇ। ਜ਼ਖਮੀ ਦੀ ਕੰਡੀਸ਼ਨ ਕਿਸ ਤਰ੍ਹਾਂ? ਠੀਕ ਆ ਕੰਡੀਸ਼ਨ ਠੀਕ। ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੇ ਆਏ ਦਿਨ ਹੈਰੋਇਨ ਭਾਰਤ ਵਿੱਚ ਸਪਲਾਈ ਹੁੰਦੀ ਰਹਿੰਦੀ ਹੈ। ਇੱਕ ਵਾਰੀ ਫਿਰ ਅਫਗਾਨਿਸਤਾਨ ਨੇ ਟਰੱਕ 'ਚੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਕਮਿਸ਼ਨਰ ਪੁਲਿਸ ਨੇ ਦੱਸਿਆ ਕਿ 485 ਕਿਲੋ ਦੀ पाइप ਵਿੱਚ 102 किलो हेरोइन छुपा के भेजी गई सी। अटारी में जिसमें लिकरस रूट ये डिक्लेयर्ड आइटम था, वो होता है मिलेठी जिसको हम बोलते हैं। तो वो एग्जामिन करते वक्त हमने जब एक्सरे मशीन में रखा तो उसमें इरेगुलर इमेजेस आए थे। तो बेस्ड ऑन दैट, उसके बेसिस पे हमने वो 100% एग्जामिनेशन किया तो हमने पाया कि उसमें ऐसे कुछ पीसेस है जो मिक्स हुए हैं मेन मिलेठी के कंसाइनमेंट में। तो ऐसे पीसेस हमने सेपरेट किए, सेग्रीगेट किए और फिर वो ऑफिस में जाके वो ये ऐसा इसमें कैविटी बनी हुई थी, कैविटी के अंदर था तो सारा इंडिविजुअली ब्रेक करके तोड़ के हमें वो निकालना पड़ा। तो मिलेठी का ये ऐसे वुडन लॉग्स लगभग 485 किलोग्राम के लॉग्स थे। वो हमने पूरी रात भर ऑलमोस्ट चलते, बहुत लंबा टाइम लगा बिकॉज इंडिविजुअली एक एक करके तोड़ना पड़ रहा था। तो वो करके आज हमने वो कंप्लीट किया प्रोसीजर। तो उसमें 102 किलो का सस्पेक्टेड मटेरियल मिला है। वो जो मटेरियल है हमने ड्रग डिटेक्शन किट से उसको टेस्टिंग किया, हमने भी किया, BSF ने भी किया और दोनों में वो हेरोइन के लिए पॉजिटिव पाया गया है। तो इसकी जांच के लिए हम वो आगे लेबोरेटरी भेजेंगे
बट इन द मीन टाइम हमने वो सारा सीज करके यहाँ लाया है। हम आपको फोटोग्राफ इसके थोड़ी देर में दे देंगे। मैं एक प्रेस नोट भी लाया हूँ, वो भी आपके साथ शेयर करूंगा, उसके थोड़े फोटोग्राफ्स भी। कोई अरेस्ट हुई है सर इस मामले में? इस संदर्भ में मैं बताना चाहूंगा कि जो इन्वेस्टिगेशन का पार्ट है वो चल रहा है, इसलिए मैं ज्यादा इस पे बारे में बोल नहीं पाऊंगा। ओनली सीजर पोर्शन के लिए हम अभी बता पा रहे हैं। जब इन्वेस्टिगेशन आगे बढ़ेगा तो हम इसमें तुरंत जानकारी देंगे। ये दिल्ली जाने वेयर वाज इट सपोज्ड टू बी डिलीवर्ड? द इंपोर्टर वाज फ्रॉम दिल्ली। ये इंपोर्टर जो है दिल्ली का था। तो ये पहली कंसाइनमेंट मंगाई है? मैं इसमें और डिटेल्स जो है इन्वेस्टिगेशन के बारे में वो अभी नहीं बता पाऊंगा, बिकॉज दे आर पार्ट ऑफ द इन्वेस्टिगेशन। सीजर के बारे में आपको कोई अगर डाउट है तो सीजर के डाउट्स प्लीज पूछ सकते हैं। दिल्ली के इंपोर्टर है, दिल्ली के इंपोर्टर। इट अराइव्ड ऑन फ्राइडे 22nd it arrived. It gets opened and examined on the next day. सर इससे पहले कितनी कंसाइनमेंट मंगवा चुका है ये जो दिल्ली का? इसमें जो प्रोसीजर होती है उस हिसाब से हम एग्जामिनेशन नेक्स्ट डे करते हैं, तो इसलिए सैटरडे। कंपनी थी जिसने मंगवाया था ये जो, तो उसका नाम क्या था? We will give all the details subsequently when the investigation takes forward. इस दौरान आप समझिए इन्वेस्टिगेशन में 24 घंटे भी नहीं हुए हैं, लाइव इन्वेस्टिगेशन चल रहा है, उसमें कोई लिमिटेशंस होते हैं। सो प्लीज बेयर विथ मी कि सीजर पोर्शन की हम बात करें। ਦੋਸਤੋ ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।